ਹੁਣ 27 ਸਤੰਬਰ ਦੇ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਸ਼ੁਰੂ ਹੋਈ ਤਕਰਾਰ। ਗਵਰਨਰ ਨੇ ਸਰਕਾਰ ਤੋਂ ਮੰਗਿਆ ਸੈਸ਼ਨ ਦਾ ਏਜੰਡਾ। ਸੀਐਮ ਮਾਨ ਨੇ ਜਤਾਇਆ ਇਤਰਾਜ਼, ਬੋਲੇ ਇਹ ਤਾਂ ਹੱਦ ਹੈ, ਰਾਜਪਾਲ ਦੀ ਮਨਜ਼ੂਰੀ ਹੁੰਦੀ ਹੈ, ਮਹਿਜ਼ ਫਾਰਮੈਲਿਟੀ। ਆਪ ਅਤੇ ਬੀਜੇਪੀ ਦੇ ਵਿਚਾਲੇ ਸ਼ੁਰੂ ਹੋਈ ਟਵਿੱਟਰ ਵਾਰ। ਰਾਘਵ ਚੱਡਾ ਬੋਲੇ ਵਿਧਾਨ ਸਭਾ ਦਾ ਬਿਜ਼ਨਸ ਤੈਅ ਕਰਨ ਦਾ ਅਧਿਕਾਰ ਸਿਰਫ ਸਪੀਕਰ ਅਤੇ ਬੀਏਸੀ ਦੇ ਕੋਲ, ਤਾਂ ਸੁਭਾਸ਼ ਸ਼ਰਮਾ ਦਾ ਪਲਟਵਾਰ, ਸਦਨ ਦੀ ਦੁਰਵਰਤੋਂ ਰੋਕਣਾ ਰਾਜਪਾਲ ਦਾ ਅਧਿਕਾਰ। ਬਠਿੰਡਾ ਕੋਰਟ ਦੇ ਵਿੱਚ ਅੱਜ ਹੋਵੇਗੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੇਸ਼ੀ। ਵਕੀਲ ਨੇ ਲਾਰੈਂਸ ਦੀ ਜਾਨ ਨੂੰ ਦੱਸਿਆ ਖਤਰਾ, ਕਿਹਾ ਫਰਾਰ ਹੋਣ ਦੀ ਕੋਸ਼ਿਸ਼ ਦਾ ਬਹਾਨਾ ਲਗਾ ਕੇ ਫੇਕ ਐਨਕਾਊਂਟਰ ਕਰ ਸਕਦੀ ਹੈ ਪੁਲਿਸ। ਦੀਪਕ ਮੁੰਡੀ ਸਣੇ 3 ਮੁਲਜ਼ਮਾਂ ਨੂੰ ਪੇਸ਼ ਕਰਨ ਦੇ ਵਿੱਚ ਦੇਰੀ ਤੇ ਮਾਨਸਾ ਪੁਲਿਸ ਦੀ ਫਜ਼ੀਹਤ। ਜੱਜ ਦੀ ਕੋਠੀ ਦੇ ਬਾਹਰ 5 ਘੰਟੇ ਤੱਕ ਕਰਨਾ ਪਿਆ ਇੰਤਜ਼ਾਰ। ਮੁਲਜ਼ਮਾਂ ਨੂੰ ਜੁਡੀਸ਼ੀਅਲ ਰਿਮਾਂਡ ਵਿੱਚ ਭੇਜਿਆ। ਅੰਮ੍ਰਿਤਸਰ ਪੁਲਿਸ ਮੁੜੀ ਬੈਰਕ। ਜਲੰਧਰ ਦੇ ਵਿੱਚ ਪੁਜਾਰੀ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਐਨਆਈਏ ਵੱਲੋਂ ਇੱਕ ਹੋਰ ਮੁਲਜ਼ਮ ਗ੍ਰਿਫਤਾਰ। ਖਿਲਾਫ ਚਾਰਜਸ਼ੀਟ ਦਾਖਲ। ਗਗਨਦੀਪ ਤੇ ਹਥਿਆਰ ਸਪਲਾਈ ਕਰਨ ਦਾ ਇਲਜ਼ਾਮ। ਖਾਲਿਸਤਾਨ ਟਾਈਗਰ ਫੋਰਸ ਦੇ ਇਸ਼ਾਰੇ ਤੇ ਹੋਇਆ ਸੀ ਹਮਲਾ। ਜਲੰਧਰ ਤੋਂ ਬਾਅਦ ਕਪੂਰਥਲਾ ਦੇ ਵਿੱਚ ਆਮੋ ਸਾਹਮਣੇ ਹੋਏ ਪੁਲਿਸ ਤੇ ਆਮ ਆਦਮੀ ਪਾਰਟੀ ਦੇ ਲੀਡਰ। ਮੰਜੂ ਰਾਣਾ ਨੇ ਪੁਲਿਸ ਨੂੰ ਨਹੀਂ ਲੈਣ ਦਿੱਤੀ ਸੁਨਿਆਰੇ ਦੀ ਦੁਕਾਨ ਦੀ ਤਲਾਸ਼ੀ। ਚੋਰੀ ਕਰ ਵੇਚੇ ਗਏ ਸਮਾਨ ਦੀ ਤਲਾਸ਼ੀ ਲੈਣ ਆਈ ਸੀ ਪੁਲਿਸ। ਨਸ਼ਾ ਨੇ ਜਕੜੀ ਪੰਜਾਬ ਦੀ ਜਵਾਨੀ। ਅੰਮ੍ਰਿਤਸਰ ਦੇ ਵਿੱਚ ਨਸ਼ੇ ਵਿੱਚ ਤੋਂ ਸ਼ਖਸ ਦੀ ਵੀਡੀਓ ਆਈ ਸਾਹਮਣੇ। ਸਿੱਧਾ ਖੜੇ ਹੋਣ ਦੇ ਵਿੱਚ ਵੀ ਅਸਮਰਥ ਨਜ਼ਰ ਆ ਰਿਹਾ ਸ਼ਖਸ। ਹਰਿਆਣਾ ਦੇ ਕੁਰੂਕਸ਼ੇਤਰ ਦੇ ਵਿੱਚ ਨੈਸ਼ਨਲ ਹਾਈਵੇ ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਤੇ ਬਣੀ ਸਹਿਮਤੀ। ਕਿਸਾਨਾਂ ਨੇ ਹਾਈਵੇ ਖੋਲਣ ਦਾ ਕੀਤਾ ਐਲਾਨ। ਕੱਲ ਦੁਪਹਿਰ ਤੋਂ ਧਰਨੇ ਤੇ ਬੈਠੇ ਨੇ ਕਿਸਾਨ। ਨਵਾਂ ਸ਼ਹਿਰ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਦੇ ਵਿੱਚ ਵਿਜੀਲੈਂਸ ਦਾ ਐਕਸ਼ਨ। 3 ਠੇਕੇਦਾਰਾਂ ਦੇ ਖਿਲਾਫ ਕੇਸ ਦਰਜ। ਕਈ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਮਿਲੀ ਭੁਗਤ ਦਾ ਵੀ ਸ਼ੱਕ। ਅੱਜ ਹਿਮਾਚਲ ਦੇ ਵਿੱਚ ਚੁਣਾਵੀ ਸ਼ੰਖਨਾਦ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਮੰਡੀ ਦੇ ਵਿੱਚ ਵਿਜੈ ਸੰਕਲਪ ਰੈਲੀ ਨੂੰ ਕਰਨਗੇ ਸੰਬੋਧਨ। ਸੁਰੱਖਿਆ ਦੇ ਕੀਤੇ ਗਏ ਕਰੜੇ ਇੰਤਜ਼ਾਮ। ਅੱਜ ਫਰੀਦਕੋਟ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ। ਸਵੇਰੇ 10 ਵਜੇ ਬਾਬਾ ਫਰੀਦ ਮੇਲੇ ਵਿੱਚ ਭਰਨਗੇ ਹਾਜ਼ਰੀ। ਟਿੱਲਾ ਬਾਬਾ ਫਰੀਦ ਤੇ ਹੋਣਗੇ ਨਤਮਸਤਕ। ਨਿਊਜ਼ 18 ਪੰਜਾਬ ਹਰਿਆਣਾ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ ਤੇ ਇਸ ਬੁਲੇਟਿਨ ਦੀ ਸ਼ੁਰੂਆਤ ਵੱਡੀ ਖਬਰ ਦੇ ਨਾਲ। ਕੁਰੂਕਸ਼ੇਤਰ ਦੇ ਵਿੱਚ ਕਿਸਾਨਾਂ ਦਾ ਧਰਨਾ ਖਤਮ ਹੋਵੇਗਾ ਔਰ ਇਹ ਕਿਸਾਨਾਂ ਦੀਆਂ ਮੰਗਾਂ ਤੇ ਸਹਿਮਤੀ ਬਣ ਗਈ ਹੈ। ਜੀ ਹਾਂ, ਕਿਸਾਨਾਂ ਦੇ ਵੱਲੋਂ ਨੈਸ਼ਨਲ ਹਾਈਵੇ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ। ਕੱਲ ਤੋਂ ਲਗਾਤਾਰ ਕਿਸਾਨ ਧਰਨੇ ਤੇ ਬੈਠੇ ਸੀਗੇ। ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਖੋਲਣ ਦਾ ਹੁਣ ਐਲਾਨ ਕੀਤਾ ਗਿਆ ਹੈ। ਹਰਿਆਣਾ ਦੇ ਕੁਰੂਕਸ਼ੇਤਰ ਦੇ ਵਿੱਚ ਕਿਸਾਨਾਂ ਦਾ ਧਰਨਾ ਸੀਗਾ। ਕੱਲ ਤੋਂ ਜਾਮ ਕੀਤਾ ਹੋਇਆ ਸੀ ਦਿੱਲੀ ਅੰਮ੍ਰਿਤਸਰ ਹਾਈਵੇ। ਜੀਟੀ ਰੋਡ ਜਾਮ ਸੀਗਾ ਤੇ ਝੋਨੇ ਦੀ ਖਰੀਦ ਨੂੰ ਲੈ ਕੇ ਸਾਰਾ ਪ੍ਰਦਰਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਸੀ। ਕਿਸਾਨਾਂ ਦੀ ਮੰਗਾਂ ਤੇ ਸਹਿਮਤੀ ਬਣਦੀ ਨਜ਼ਰ ਆਈ ਹੈ। ਕਿਸਾਨਾਂ ਦੀ ਮੰਗਾਂ ਤੇ ਸਹਿਮਤੀ ਬਣੀ ਹੈ। ਜਿਹੜਾ ਦਿੱਲੀ ਅੰਮ੍ਰਿਤਸਰ ਹਾਈਵੇ ਜਾਮ ਕੀਤਾ ਹੋਇਆ ਸੀ ਉਸ ਨੂੰ ਖੋਲਣ ਤੇ ਕਿਸਾਨ ਹੁਣ ਸਹਿਮਤ ਹੋ ਗਏ ਨੇ। ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਾਉਣ ਦੀ ਮੰਗ ਜਿਹੜੀ ਹੈਗੀ ਉਹ ਕਰ ਰਹੇ ਸੀਗੇ ਕਿਸਾਨ ਤੇ ਹੁਣ ਇਹਨਾਂ ਮੰਗਾਂ ਤੇ ਸਹਿਮਤੀ ਬਣਦੀ ਹੋਈ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸਦੀ ਹੈ ਕਿ ਬੀਕੇਯੂ ਚੜੂਣੀ ਦੇ ਆਗੂ ਗੁਰਨਾਮ ਸਿੰਘ ਚੜੂਣੀ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੇ ਇਹ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਰੋਡ ਜਿਹੜਾ ਹੈਗਾ ਉਹ ਜਾਮ ਕਰਤਾ ਸੀ, ਨੈਸ਼ਨਲ ਹਾਈਵੇ ਜਾਮ ਕਰਤਾ ਸੀ, ਜਿਸ ਤੋਂ ਬਾਅਦ ਰੂਟ ਡਾਇਵਰਟ ਕੀਤਾ ਗਿਆ ਸੀ। ਰੂਟ ਡਾਇਵਰਟ ਕਰਨ ਤੋਂ ਬਾਅਦ ਵੱਖ-ਵੱਖ ਏਰੀਆ ਤੋਂ ਸ਼ਾਹਬਾਦ ਮਾਰਕੰਡਾ ਤੋਂ ਰੂਟ ਡਾਇਵਰਟ ਕਰਕੇ ਦਿੱਲੀ ਵਾਲੇ ਪਾਸੇ ਨੂੰ ਜਿਹੜਾ ਹੈਗਾ ਮੋੜਿਆ ਗਿਆ ਸੀਗਾ ਔਰ ਦੂਜੇ ਪਾਸਿਓਂ ਵੀ ਕਰਨਾਲ ਇੰਦਰੀ ਦੇ ਨੇੜੇ ਜਿਹੜਾ ਹੈਗਾ ਰੂਟ ਨੂੰ ਡਾਇਵਰਟ ਕੀਤਾ ਗਿਆ ਸੀ। ਅੱਜ ਜਿਹੜਾ ਹੈਗਾ ਕਿਸਾਨਾਂ ਦੀਆਂ ਮੰਗਾਂ ਤੇ ਸਹਿਮਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਔਰ ਇਸ ਵੇਲੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਾਉਣ ਦੀ ਜਿਹੜੀ ਮੰਗ ਸੀਗੀ ਉਸ ਮੰਗ ਤੇ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ। ਕੁਰੂਕਸ਼ੇਤਰ ਦੇ ਵਿੱਚ ਕਿਸਾਨਾਂ ਦਾ ਧਰਨਾ ਖਤਮ ਹੋਵੇਗਾ, ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਵੇਲੇ। ਸੋ ਕੁਰੂਕਸ਼ੇਤਰ ਦੇ ਵਿੱਚ ਕਿਸਾਨਾਂ ਦਾ ਧਰਨਾ ਖਤਮ ਹੋਵੇਗਾ, ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ। ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਾਉਣ ਦੀ ਮੰਗ ਕਰ ਰਹੇ ਸੀਗੇ ਕਿਸਾਨ। ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ, ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਗੁਰਨਾਮ ਸਿੰਘ ਚੜੂਣੀ ਨੇ ਇਹ ਵੱਡਾ ਐਲਾਨ ਕੀਤਾ ਹੈ। ਜਿਹੜਾ ਹਾਈਵੇ ਜਾਮ ਕੀਤਾ ਹੋਇਆ ਸੀ, ਬੰਦ ਕੀਤਾ ਹੋਇਆ ਸੀ ਕੱਲ ਤੋਂ, ਹੁਣ ਉਸ ਨੂੰ ਖੋਲਣ ਤੇ ਸਹਿਮਤੀ ਬਣ ਗਈ ਹੈ। ਜੀਟੀ ਰੋਡ ਯਾਨੀ ਖੁੱਲ ਜਾਵੇਗਾ ਔਰ ਜੀਟੀ ਰੋਡ ਦੇ ਖੁੱਲਣ ਦਾ ਮਤਲਬ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜਾ ਹੈਗਾ ਲੋਕ ਕਮਿਊਟ ਕਰਦੇ ਨੇ ਇਸ ਰਾਹ ਤੋਂ, ਇਸ ਰਾਹੀਂ ਜਿਹੜਾ ਹੈਗਾ
ਦਿੱਲੀ ਜਾਣ ਵਾਲੇ ਜਿਹੜੇ ਲੋਕ ਨੇ, ਕਿਸੇ ਵੀ ਏਰੀਆ ਤੋਂ ਜਾਣ, ਉਹ ਭਾਵੇਂ ਪੰਜਾਬ ਤੋਂ ਜਾ ਰਹੇ ਹੋਣ ਜਾਂ ਹਰਿਆਣਾ ਤੋਂ ਜਾ ਰਹੇ ਹੋਣ ਜਾਂ ਹਿਮਾਚਲ ਤੋਂ ਵੀ ਜਾ ਰਹੇ ਹੋਣ, ਤਾਂ ਉਹ ਜੀਟੀ ਰੋਡ ਦੇ ਰਾਹੀਂ ਜਾਂਦੇ ਨੇ। ਔਰ ਜੀਟੀ ਰੋਡ ਤੋਂ ਜਾਣ ਵਾਲੇ ਲੋਕਾਂ ਦੇ ਲਈ ਇਹ ਜਾਮ ਜਿਹੜਾ ਹੈਗਾ, ਆਪਣੇ ਆਪ ਵਿੱਚ ਇਹ ਪ੍ਰਦਰਸ਼ਨ ਜਿਹੜਾ ਹੈਗਾ ਇੱਕ ਵੱਡੀ ਮੁਸ਼ਕਿਲ ਜਿਹੜਾ ਹੈਗਾ ਉਹ ਪੈਦਾ ਕਰ ਰਿਹਾ ਸੀਗਾ। ਪਰ ਫਿਲਹਾਲ ਵੱਡੀ ਖਬਰ ਇਹ ਹੈ, ਗੁਰਨਾਮ ਸਿੰਘ ਚੜੂੜੀ ਨੇ ਐਲਾਨ ਕਰ ਦਿੱਤਾ ਹੈ ਕਿ ਨੈਸ਼ਨਲ ਹਾਈਵੇ ਖੋਲ ਦਿੱਤਾ ਜਾਵੇਗਾ। ਮੰਗਾਂ ਤੇ ਸਹਿਮਤੀ ਬਣਦੀ ਹੋਈ ਨਜ਼ਰ ਆ ਰਹੀ ਹੈ। ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਔਰ ਪ੍ਰਸ਼ਾਸਨ ਦੇ ਨਾਲ ਗੱਲਬਾਤ ਦੌਰਾਨ ਇਹ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ। ਕੁਰੂਕਸ਼ੇਤਰ ਦੇ ਵਿੱਚ ਕਿਸਾਨਾਂ ਦਾ ਧਰਨਾ ਖਤਮ ਹੋਵੇਗਾ, ਕਿਸਾਨਾਂ ਦੀਆਂ ਮੰਗਾਂ ਤੇ ਸਹਿਮਤੀ ਬਣੀ ਹੈ। अशोक यादव मेरे सहयोगी मेरे नाल फोन लाइन पे जुड़ रहे ने। अशोक, गुरनाम सिंह चढ़ूनी ने क्या ऐलान किया है धरना खत्म करने को लेकर? जी, गुरनाम सिंह चढ़ूनी की अभी आज की जो अगले दिन यानी कि कहा जाता है, अभी थोड़ी देर पहले तमाम अधिकारियों के साथ बातचीत हुई है और गुरनाम सिंह चढ़ूनी ने ऐलान कर दिया है कि जीटी रोड जो कल से बाधित था उसको खोला जाए और तुरंत प्रभाव से देखते हुए जीटी रोड को खोल दिया गया है। प्रशासन के तमाम जो अधिकारी थे वो यहाँ पर मौजूद थे और फिलहाल जीटी रोड को यहाँ पर खोला गया है, क्योंकि कल से जीटी रोड बाधित था और न जाने कितने लोगों को समस्याओं का सामना करना पड़ रहा था। और गुरनाम सिंह चढ़ूनी ने कहा है कि जो सरकार कोर्ट में गई उसको देखते हुए अब आखिरकार जब ये फैसला लिया है, क्योंकि कोर्ट ने, माननीय पंजाब हरियाणा हाई कोर्ट ने सरकार को फटकार भी लगाई थी कि जीटी रोड को खोला जाए, और अब जो जीटी रोड को फिलहाल गुरनाम सिंह चढ़ूनी ने बड़ा ऐलान करते हुए जीटी रोड को खोल दिया है। बहुत बहुत शुक्रिया अशोक इस तमाम जानकारी के लिए। अशोक यादव मेरे सहयोगी जानकारी दे रहे सन। जीटी रोड ਜਿਹੜਾ ਹੈਗਾ ਉਹ ਖੋਲ ਦਿੱਤਾ ਗਿਆ ਹੈ। ਗੁਰਨਾਮ ਸਿੰਘ ਚੜੂਣੀ ਨੇ ਐਲਾਨ ਕੀਤਾ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਣ ਤੋਂ ਬਾਅਦ जीटी रोड खोलਣ ਦਾ ਐਲਾਨ ਜਿਹੜਾ ਹੈਗਾ ਉਹ ਕਰ ਦਿੱਤਾ ਗਿਆ ਹੈ। ਹਾਈਵੇ ਜਿਹੜਾ ਹੈਗਾ ਉਸ ਨੂੰ ਬਲੌਕ ਨਹੀਂ ਕੀਤਾ ਜਾਵੇਗਾ, ਉਹ ਹਾਈਵੇ ਖੋਲ ਦਿੱਤਾ ਜਾਵੇਗਾ। ਝੋਨੇ ਦੀ ਸਰਕਾਰੀ ਖਰੀਦ ਜਿਹੜੀ ਸੀਗੀ ਉਸ ਨੂੰ ਸ਼ੁਰੂ ਕਰਾਉਣ ਦੀ ਮੰਗ ਜਿਹੜਾ ਹੈਗਾ ਕਿਸਾਨ ਕਰ ਰਹੇ ਸੀ। खाद्य आपूर्ति का जो अधिकारी है, सबसे बड़ा अधिकारी, उससे बात हुई है और डीसी साहब ने जो आके कहा है वो ये है कि धान की खरीद वो अभी से शुरू कर देंगे और जब तक सरकारी खरीद नहीं आती तब तक उसको भर के लगाए जाएंगे। कहाँ लगाएंगे, कैसे लगाएंगे, ये उनकी सरदर्दी है। पर्चे उसके बाद में कटेंगे। और उन्होंने ये भी कहा है कि जो सरकारी खरीद है उसके हमारा प्रयास जारी रहेगा कि वो जल्दी आए। और दूसरी जो चीज़ है, जो 22 क्विंटल की खरीद इन्होंने एकड़ की कर दी थी, उसको 5 जिलों में जो है वो जिनमें ज़्यादा निकासी होती है उनमें 30 क्विंटल कर दिया गया है और कुछ जिलों में उसका 28 क्विंटल पर एकड़ कर दिया। आप लोग जीटी रोड खोलने का निर्णय लिए? हाँ, दोनों मांग पे हम बैठे थे, दोनों मांगे हमारी मान ली गई। अब हम जीटी रोड खोल रहे हैं। ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਿਹਾ, ਹੁਣ ਸੈਸ਼ਨ ਨੂੰ ਲੈ ਕੇ ਇੱਕ ਵਾਰ ਫਿਰ ਗਵਰਨਰ ਵਰਸਸ ਸਰਕਾਰ ਹੁੰਦਾ ਨਜ਼ਰ ਆ ਰਿਹਾ। ਹੁਣ 27 ਸਤੰਬਰ ਵਾਲੇ ਸੈਸ਼ਨ ਤੇ ਸੰਗਰਾਮ ਸ਼ੁਰੂ ਹੋ ਗਿਆ ਹੈ। ਗਵਰਨਰ ਨੇ ਸੈਸ਼ਨ ਦਾ ਏਜੰਡਾ ਮੰਗਿਆ ਹੈ। ਜੀ ਹਾਂ, 27 ਸਤੰਬਰ ਨੂੰ ਜਿਹੜਾ ਸੈਸ਼ਨ ਹੋਣਾ ਹੈ, ਗਵਰਨਰ ਨੇ ਸੈਸ਼ਨ ਦਾ ਏਜੰਡਾ ਮੰਗਿਆ ਹੈ ਸਰਕਾਰ ਦੇ ਕੋਲੋਂ ਕਿ ਤੁਹਾਡਾ ਇਹ ਸੈਸ਼ਨ ਜਿਹੜਾ ਹੈਗਾ ਇਸ ਦਾ ਏਜੰਡਾ ਕੀ ਹੋਏਗਾ। 75 ਸਾਲਾਂ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਸੀਐਮ ਦਾ ਇਹ ਬਿਆਨ ਸਾਹਮਣੇ ਆਇਆ ਹੈ। ਸੈਸ਼ਨ ਤੋਂ ਪਹਿਲਾਂ ਗਵਰਨਰ ਦੀ ਮਨਜ਼ੂਰੀ ਮਹਿਜ਼ ਇੱਕ ਰਸਮ ਹੁੰਦੀ ਹੈ। ਇਹ ਤਾਂ हद हो गई। सीएम भगवंत मान ने कहा गवर्नर वर्सेस सरकार हुंदा नजर आ रहा है। पंजाब दे विच 27 सितंबर वाले सैशन ते हुण संग्राम हुंदा नजर आ रहा है। गवर्नर ने विधान सभा 77 तो बिजनेस डिटेल मंगी है। सैशन की अप्रूवल तो पहला बिजनेस डिटेल मंगी है। गवर्नर दे वल्लों एजेंडा मंगण ते सीएम मान भड़के नजर आए। सैशन तो पहला गवर्नर की मंजूरी महज एक रस्म हुंदी है। सीएम ने कहा 75 सालां दे विच अजिहा पहला कदे नहीं होया। सैशन तो पहला किसी गवर्नर ने बिजनेस नहीं पूछा कि अगली बार गवर्नर भाषण मंजूर कराने के लिए भी कहेंगे। सीएम ने यह कहा और ट्विटर ते की लिखा सीएम भगवंत मान ने, विधान सभा के किसी भी सैशन तो पहला सरकार नूं गवर्नर की मंजूरी सहमति रस्मी होंदी है। 75 साल दौरान किसी भी राजपाल ने सरकार नूं सैशन बुलाने तो पहला कदे भी विधानक कारोबार की सूची नहीं पूछी। यह फैसला बीएसी और स्पीकर वालों किया जाता है। अगली सरकार सारे भाषणों की प्रवानगी भी राजपाल तो लिया करेगी। हद ही हो गई है। तो इस पूरे मसले को लेके लगातार जिहड़ा है सोशल मीडिया ते भी आगू एक्टिव हो गए ने। आम आदमी पार्टी और बीजेपी के विचाले ट्विटर वॉर जिहड़ी हैगी वो शुरू हो गई है। राघव चड्ढा ने गवर्नर की तिखी निखेधी की। बिजनेस तय करने का हक सिर्फ स्पीकर ते बीएसी दे कोल है। बीजेपी आगू सुभाष शर्मा ने पलटवार किया कि गवर्नर पंजाब के संविधानक मुखी ने। सुभाष शर्मा ने लिखा, राघव चड्ढा ने ट्वीट किया
ਚਾਹੇ ਚਰਚਾ ਮਹਿੰਗਾਈ ਤੇ ਹੋਵੇ ਜਾਂ ਫਿਰ ਫੈਬਲਸ ਲਾਈਵਸ ਆਫ ਬਾਲੀਵੁੱਡ ਵਾਈਵਸ ਤੇ ਵਿਧਾਨ ਸਭਾ ਦਾ ਬਿਜ਼ਨਸ ਤੈਅ ਕਰਨ ਦਾ ਅਧਿਕਾਰ ਸਿਰਫ ਸਪੀਕਰ ਅਤੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਕੋਲ ਹੈ, ਨਾ ਕਿ ਗਵਰਨਰ ਦੇ ਕੋਲ। ਗਵਰਨਰ ਸਾਹਿਬ ਨਿਤ ਦਿਨ ਆਪਣੇ ਅਹੁਦੇ ਦਾ ਵਕਾਰ ਘਟਾ ਰਹੇ ਨੇ। ਰਾਘਵ ਚੱਡਾ ਨੇ ਟਵੀਟ ਕੀਤਾ ਔਰ ਉਸ ਤੋਂ ਬਾਅਦ ਸੁਭਾਸ਼ ਸ਼ਰਮਾ ਦਾ ਪਲਟਵਾਰ ਸਾਹਮਣੇ ਆਇਆ। ਉਹਨਾਂ ਲਿਖਿਆ ਰਾਘਵ ਚੱਡਾ ਤੇ ਬੀਜੇਪੀ ਆਗੂ ਸੁਭਾਸ਼ ਸ਼ਰਮਾ ਨੇ ਕੀ ਲਿਖਿਆ ਪਲਟਵਾਰ ਕਰਦੇ ਹੋਏ, ਉਹਨਾਂ ਕਿਹਾ ਕਿ ਪੰਜਾਬ ਦੇ ਰੈਂਪ ਵਾਕ ਐਮਪੀ ਸਾਹਿਬ ਪੰਜਾਬੀਆਂ ਦੀ ਮਿਹਨਤ ਦੀ ਕਮਾਈ ਦੇ ਨਾਲ ਚੱਲਣ ਵਾਲਾ ਪਵਿੱਤਰ ਸਦਨ ਫੈਬਲਸ ਲਾਈਵਸ ਆਫ ਬਾਲੀਵੁੱਡ ਵਾਈਵਸ ਤੇ ਚਰਚਾ ਕਰਨ ਜਾਂ ਤੁਹਾਡਾ ਝੂਠ ਤੇ ਫਰੇਬ ਫੈਲਾਉਣ ਲਈ ਨਹੀਂ ਹੈ। ਰਾਜਪਾਲ ਪੰਜਾਬ ਦੇ ਸੰਵਿਧਾਨਕ ਮੁਖੀ ਨੇ, ਇਸ ਲਈ ਸਦਨ ਦੀ ਦੁਰਵਰਤੋਂ ਨੂੰ ਰੋਕਣਾ ਉਹਨਾਂ ਦਾ ਅਧਿਕਾਰ ਹੈ। ਇਸ ਸੁਭਾਸ਼ ਸ਼ਰਮਾ ਨੇ ਟਵੀਟ ਕੀਤਾ। ਸੋ ਟਵਿੱਟਰ ਵਾਰ ਜਿਹੜੀ ਹੈਗੀ ਉਹ ਵੀ ਸ਼ੁਰੂ ਹੁੰਦੀ ਹੋਈ ਨਜ਼ਰ ਆ ਰਹੀ ਹੈ। ਵਜ਼ਾਰਤ ਧਿਰ ਤੇ ਵਿਰੋਧੀ ਧਿਰ ਦੇ ਵਿਚਾਲੇ ਇਸ ਪੂਰੇ ਮਸਲੇ ਨੂੰ ਲੈ ਕੇ ਗਵਰਨਰ ਦੇ ਨਾਲ ਜਿਸ ਤਰੀਕੇ ਦਾ ਸੰਗਰਾਮ ਸਰਕਾਰ ਦਾ ਚੱਲਦਾ ਨਜ਼ਰ ਆ ਰਿਹਾ ਹੈ, ਇਸ ਦਾ ਆਖਰੀ ਰੂਪ ਕੀ ਹੋਵੇਗਾ, ਇਸ ਦਾ ਅੰਜਾਮ ਕੀ ਹੋਵੇਗਾ, ਇਹ ਫਿਲਹਾਲ ਵੇਖਣਾ ਬਾਕੀ ਹੈ। ਪਰ ਗਵਰਨਰ ਨੇ ਜਿਸ ਤਰੀਕੇ ਵਿਧਾਨ ਸਭਾ ਦੇ ਸਕੱਤਰ ਤੋਂ ਬਿਜ਼ਨਸ ਡਿਟੇਲ ਮੰਗੀ ਹੈ, ਉਸ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ ਹੈ, ਜਿਹੜਾ ਪਿਛਲੇ ਕਈ ਦਿਨਾਂ ਤੋਂ ਇੱਕ ਭਖਦਾ ਜਾ ਰਿਹਾ ਸੀਗਾ ਮਸਲਾ। ਉਸ ਦੇ ਵਿੱਚ ਇੱਕ ਇਹ ਨਵਾਂ ਜਿਹੜਾ ਟ੍ਰੈਂਡ ਇਸ ਨੂੰ ਕਹਿ ਲਿਆ ਜਾਵੇ, 75 ਸਾਲਾਂ ਵਿੱਚ ਸੀਐਮ ਲਿਖ ਰਹੇ ਨੇ 75 ਸਾਲਾਂ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਤੇ ਇਹ ਆਪਣੇ ਆਪ ਵਿੱਚ ਬੜੀ ਇੱਕ ਵੱਖਰੀ ਸਿਚੁਏਸ਼ਨ ਪੰਜਾਬ ਦੇ ਵਿੱਚ ਬਣਦੀ ਨਜ਼ਰ ਆ ਰਹੀ ਹੈ। ਵੱਖਰੀ ਸਥਿਤੀ ਪੰਜਾਬ ਦੇ ਵਿੱਚ ਬਣਦੀ ਹੋਈ ਨਜ਼ਰ ਆ ਰਹੀ ਹੈ ਕਿ ਗਵਰਨਰ ਨੇ ਸੈਸ਼ਨ ਦੀ ਇਜਾਜ਼ਤ ਦੇਣ ਦੀ ਥਾਂ ਤੇ ਪਹਿਲਾਂ ਸੈਸ਼ਨ ਦਾ ਏਜੰਡਾ ਪੁੱਛਿਆ ਹੈ ਕਿ ਬਿਜ਼ਨਸ ਕੀ ਹੋਏਗਾ, ਸੈਸ਼ਨ ਤੁਸੀਂ ਸੱਦ ਰਹੇ ਹੋ, ਕੀ ਕੁਝ ਕਰੋਗੇ ਇਸ ਸੈਸ਼ਨ ਦੇ ਵਿੱਚ, ਬਿਜ਼ਨਸ ਜਿਹੜਾ ਹੈਗਾ ਉਸ ਦੇ ਵਿੱਚ ਕੀ ਕੁਝ ਹੋਏਗਾ, ਵਿਧਾਨ ਸਭਾ ਦਾ ਵਰਕਿੰਗ ਜਿਹੜਾ ਹੈਗਾ ਉਹ ਕਿਸ ਮਸਲੇ ਨੂੰ ਲੈ ਕੇ ਹੋਵੇਗੀ, ਵਿਧਾਨ ਸਭਾ ਦੇ ਸੈਸ਼ਨ ਵਿੱਚ ਕੀ ਕੁਝ ਚਰਚਾ ਕਰਨ ਜਾ ਰਹੇ ਹੋ, ਉਹ ਡਿਟੇਲ ਜਿਹੜਾ ਹੈਗਾ ਉਹ ਦਿਓ। ਸੋ ਪੰਕਜ ਮੇਰੇ ਸਹਿਯੋਗੀ ਮੇਰੇ ਨਾਲ ਜੁੜ ਰਹੇ ਨੇ। ਪੰਕਜ, ਗਵਰਨਰ ਨੇ 75 ਸਾਲਾਂ ਵਿੱਚ ਪਹਿਲੀ ਵਾਰ ਅਜਿਹਾ ਕੀਤਾ ਹੈ, ਅਜਿਹਾ ਸੀਐਮ ਕਹਿ ਰਹੇ ਨੇ, ਨਵੀਂ ਪਿਰਤ ਦੀ ਸ਼ੁਰੂਆਤ ਹੋ ਰਹੀ ਹੈ। देखो कुछ समा पहला तुसी पश्चिम बंगाल 'ਚ तस्वीर देखी होनी है कि ममता बनर्जी जो पश्चिम बंगाल ਦੇ ਮੁੱਖ ਮੰਤਰੀ ਸੀਗੇ ਉਹਨਾਂ ਦਾ ਰਾਜਪਾਲ ਨਾਲ ਟਾਕਰਾ ਪਿਆ ਸੀਗਾ। ਅਮੂਮਨ ਇਹ ਖਬਰਾਂ ਜਿਹੜੀਆਂ ਸੁਰਖੀਆਂ ਬੰਦੀਆਂ ਸੀ। ਉਸ ਤੋਂ ਪਹਿਲਾਂ ਤੁਸੀਂ ਦਿੱਲੀ ਦੀ ਤਸਵੀਰ ਦੇਖੀ ਹੋਣੀ ਹੈ ਕਿ ਐਲਜੀ ਵਰਸਸ ਅਰਵਿੰਦ ਕੇਜਰੀਵਾਲ, ਯਾਨੀ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਤਸਵੀਰ ਜਿਹੜੀ ਹੈ ਉਹ ਲਗਾਤਾਰ ਸਾਹਮਣੇ ਆਉਂਦੀ ਸੀਗੀ। ਲੇਕਿਨ ਪੰਜਾਬ 'ਚ ਕਦੇ ਨਹੀਂ ਹੋਇਆ। ਪੰਜਾਬ 'ਚ ਗਵਰਨਰ ਵਰਸਸ ਸਰਕਾਰ ਨਹੀਂ ਹੋਇਆ, ਲੇਕਿਨ ਹੁਣ ਇਹ ਤਸਵੀਰ ਪੰਜਾਬ 'ਚ ਵੀ ਨਜ਼ਰ ਆ ਰਹੀ ਹੈ। ਗਵਰਨਰ ਵਰਸਸ ਸਟੇਟ ਸਰਕਾਰ ਜਿਹੜੀ ਉਹ ਨਜ਼ਰ ਆ ਰਹੀ ਹੈ, ਕਿਉਂਕਿ ਪਹਿਲਾਂ 2 ਦਿਨ ਪਹਿਲਾਂ ਸੈਸ਼ਨ ਹੋਣਾ ਸੀਗਾ। ਉਸ ਵੇਲੇ ਰਾਜਪਾਲ ਵੱਲੋਂ ਇਹ ਕਹਿ ਕੇ ਮਨਾ ਕਰ ਦਿੱਤਾ ਗਿਆ, ਕੌਨਫੀਡੈਂਸ ਮੋਸ਼ਨ ਨੂੰ ਲੈ ਕੇ ਜਿਹੜਾ ਵੈ ਉਹ ਸੈਸ਼ਨ ਨਹੀਂ ਬੁਲਾਇਆ ਗਿਆ। ਸਰਕਾਰ ਵੱਲੋਂ ਧਰਨਾ ਦਿੱਤਾ ਗਿਆ। ਧਰਨਾ ਦੇਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਹੁਣ ਸੈਸ਼ਨ ਜਿਹੜਾ ਵੈ ਉਹ 27 ਤਰੀਕ ਨੂੰ ਹੋਏਗਾ, ਯਾਨੀ ਕਿ ਮੰਗਲਵਾਰ ਨੂੰ ਹੋਏਗਾ। ਔਰ ਸੈਸ਼ਨ ਕਿਸ ਦੇ ਉੱਤੇ ਹੋਏਗਾ? ਸਰਕਾਰ ਨੇ ਇਹ ਤਰਕ ਦਿੱਤਾ ਕਿ ਕਿਸਾਨੀ ਦੇ ਉੱਤੇ ਸੈਸ਼ਨ ਹੋਏਗਾ, ਪਰਾਲੀ ਦੇ ਉੱਤੇ ਸੈਸ਼ਨ ਹੋਏਗਾ, ਇਸ ਗੱਲ ਦਾ ਤਰਕ ਦਿੱਤਾ ਗਿਆ। ਔਰ ਇਹ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਹਰਪਾਲ ਸਿੰਘ ਚੀਮਾ ਵੱਲੋਂ ਕੀਤੀ ਗਈ। ਚੀਮਾ ਹੋਰਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਕੀ ਕੌਨਫੀਡੈਂਸ ਮੋਸ਼ਨ ਦੇ ਉੱਤੇ ਸੈਸ਼ਨ ਬੁਲਾਇਆ ਜਾਏਗਾ, ਤਾਂ ਉਹਨਾਂ ਨੇ ਕਿਹਾ ਕਿ ਇਹ ਐਡਵਾਈਜ਼ਰੀ ਕਮੇਟੀ ਦੇਖੇਗੀ ਕਿ ਕੀ ਕੁਝ ਕਰਨਾ ਹੈ, ਕਿਵੇਂ ਕਰਨਾ। ਬਿਜ਼ਨਸ ਕਮੇਟੀ ਜਿਹੜੀ ਹੈ ਉਹ ਇਸ 'ਤੇ ਫੈਸਲਾ ਲਏਗੀ, ਯਾਨੀ ਕਿ ਏਜੰਡਾ ਪੂਰਾ ਤਿਆਰ ਨਹੀਂ ਸੀਗਾ। ਤੇ ਕੱਲ ਸ਼ਾਮ ਜਿਹੜੀ ਚਿੱਠੀ ਰਾਜਪਾਲ ਦੇ ਵੱਲੋਂ ਆਂਦੀ ਹੈ ਉਹ ਇਹੀ ਕਹਿੰਦੀ ਹੈ ਕਿ ਪੂਰਾ ਏਜੰਡਾ ਦਿਓ, ਕੀ ਕੁਝ ਸੈਸ਼ਨ ਦੇ ਵਿੱਚ ਹੋਏਗਾ, ਕਿੰਨੇ ਦਿਨ ਦਾ ਸੈਸ਼ਨ ਹੋਏਗਾ, ਕੀ ਕੁਝ ਹੋਏਗਾ। ਇਸ ਨੂੰ ਲੈ ਕੇ ਭਗਵੰਤ ਮਾਨ ਜੋ ਸਪੀਕਰ ਸਾਹਿਬ ਦੀ ਅਗਵਾਈ ਦੇ ਵਿੱਚ ਬਿਜ਼ਨਸ ਡਿਸਾਈਡ ਐਂਡ ਡਿਸਕਸ ਹੁੰਦਾ, ਉਹਨਾਂ ਦੇ ਵੀ ਨਾਲ ਸਾਈਨ ਹੁੰਦੇ ਆ। ਅੱਜ ਤੱਕ ਕਿਸੇ ਵੀ ਗਵਰਨਰ ਨੇ ਕਦੇ ਏਜੰਡਾ ਨਹੀਂ ਮੰਗਿਆ। ਚੁਣੀਆਂ ਹੋਈਆਂ ਸਰਕਾਰਾਂ ਨੂੰ ਸੈਸ਼ਨ ਬਣਾਉਣ ਦਾ, ਲੋਕਾਂ ਦੀ ਗੱਲ ਕਰਨ ਦਾ, ਲੋਕਾਂ ਦੀ ਗੱਲ ਆਪਣੇ ਅੱਗੇ ਰੱਖਣ ਦਾ, ਲੋਕਾਂ ਅੱਗੇ ਰੱਖਣ ਦਾ ਪੂਰਾ ਰਾਈਟ ਹੈ। ਗਵਰਨਰ ਇਸ ਤਰ੍ਹਾਂ ਕਿਸੇ ਤਰ੍ਹਾਂ ਦੀ ਡੈਮੋਕ੍ਰੇਸੀ ਦਾ ਘਾਣ ਨਹੀਂ ਕਰ ਸਕਦੇ। ਡੈਮੋਕ੍ਰੇਸੀ ਦਾ ਘਾਣ ਕਰ ਨਹੀਂ ਸਕਦੇ ਤਾਂ ਤੁਸੀਂ ਕਹਿ ਰਹੇ ਹੋ, ਪਰ ਗਵਰਨਰ ਜੋ ਕੁਝ ਕਰ ਰਹੇ ਨੇ, ਬੀਜੇਪੀ ਕਹਿ ਰਹੀ ਹੈ ਕਿ ਇਹ ਤਾਂ ਗਵਰਨਰ ਦਾ ਰਾਈਟ ਹੈ, ਸੰਵਿਧਾਨਕ ਮੁਖੀ ਨੇ ਪੰਜਾਬ ਦੇ। ਮੇਰਾ ਮਤਲਬ 75 ਸਾਲ ਤੋਂ ਪੰਜਾਬ ਤਾਂ ਹੀ ਡੁੱਬਿਆ ਰਿਹਾ ਕਿ ਗਵਰਨਰ ਸੁੱਤੇ ਰਹੇ। ਉਹਨਾਂ ਨੇ ਪੁੱਛਿਆ ਹੀ ਨਹੀਂ ਵਿਧਾਨ ਸਭਾ 'ਚ ਲੋਕਾਂ ਦੇ ਮੁੱਦੇ ਕਿਉਂ ਨਹੀਂ ਉੱਠੇ। ਇਹਦਾ ਮਤਲਬ ਸਾਡੇ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਤਾਂ ਹੀ ਕੁਝ ਹੋਇਆ ਵੀ ਗਵਰਨਰਾਂ ਨੂੰ ਪਤਾ ਹੀ ਨਹੀਂ ਸੀ ਸਾਡਾ ਰਾਈਟ ਕੀ ਹੈ। ਅਚਾਨਕ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਚਾਹੇ ਉਹ ਕਿਤੇ ਹੋਰ ਹੋਵੇ, ਉੱਥੇ ਗਵਰਨਰ ਕਹਿਣਾ ਵੀ ਗਵਰਨਰ ਸਾਹਿਬ ਕਹਿ ਰਹੇ ਆ ਵੀ ਇਹ ਮੇਰਾ ਰਾਈਟ ਹੈ। ਅੱਜ ਪਹਿਲਾਂ ਗਵਰਨਰ ਸਾਹਿਬ ਨੂੰ ਇਹ ਪੁੱਛਣ ਵਾਲਾ ਹੋਵੇ ਤੁਸੀਂ ਕਿੰਨੇ ਬਿਜ਼ਨਸ ਪੀਐਸਸੀ ਕਮੇਟੀ ਦੇ ਏਜੰਡੇ ਮੰਗਾਏ ਆ, ਇਸ ਗੱਲ ਦਾ ਸਾਨੂੰ ਪੁੱਛ ਦੱਸ ਦਿਓ ਲੋਕਾਂ ਨੂੰ, ਇਹ ਵੀ ਜਨਤਕ ਕਰ ਦਿਓ, ਲੋਕ ਪੁੱਛਣਾ ਚਾਹੁੰਦੇ ਆ ਤੁਹਾਡੇ।
ਮਨੂਕੇ ਜੀ ਸਵਾਲ ਇੱਥੇ ਇਹ ਵੀ ਹੈਗਾ ਕਿ ਜੇਕਰ ਸਰਕਾਰ ਲੋਕਾਂ ਦੇ ਲਈ ਲੋਕਾਂ ਦੇ ਹਿੱਤ ਦੇ ਵਿੱਚ ਸਾਰੀ ਕਾਰਵਾਈ ਕਰਨ ਜਾ ਰਹੀ ਹੈ ਸੈਸ਼ਨ ਦੇ ਵਿੱਚ, ਤਾਂ ਬਿਜ਼ਨਸ ਡਿਟੇਲ ਦੇਣ ਦੇ ਵਿੱਚ ਕੀ ਹਰਜ ਕੀ ਹੈ? ਬਿਲਕੁਲ ਕੋਈ ਹਰਜ ਨਹੀਂ ਬਿਜ਼ਨਸ ਸੇਲ ਦੇ ਦਿਨ ਵਿੱਚ, ਪਰ ਸਮੱਸਿਆ ਇਹ ਹੈ ਬਈ ਜਦੋਂ ਤੱਕ ਸਾਨੂੰ ਇਹ ਦੱਸਣ ਰਾਜ ਜੀ ਸਾਨੂੰ ਇਹ ਦੱਸਣ, ਮੈਨੂੰ ਤਾਂ ਇਸ ਗੱਲ ਦਾ ਸ਼ੱਕ ਹੈ, ਮੈਂ ਤਾਂ ਤੁਹਾਡੀ ਚਿੱਠੀ ਪੜ੍ਹਨਾ ਚਾਹੁੰਦਾ, ਬਿਨਾਂ ਗੱਲ ਤੋਂ ਇੰਟਰਫੇਰੈਂਸ ਨਹੀਂ ਬਰਦਾਸ਼ਤ ਕੀਤੀ ਜਾਏਗੀ। ਬਿਨਾਂ ਗੱਲ ਤੋਂ ਇੰਟਰਫੇਰੈਂਸ ਜਿਹੜੀ ਹੈਗੀ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਰ ਹੁਣ ਇਹ ਲਗਾਤਾਰ ਦੂਜੀ ਵਾਰ ਹੋ ਗਿਆ, ਪਹਿਲਾਂ ਸੈਸ਼ਨ ਦੀ ਮਨਜ਼ੂਰੀ ਨਾ ਦੇਣਾ, ਉਸ ਨੂੰ ਜਿਹੜਾ ਹੈਗਾ ਉਸ ਤੇ ਕੁਐਸਚਨ ਮਾਰਕ ਕਰਨਾ, ਤੇ ਹੁਣ ਜਦੋਂ ਦੁਬਾਰਾ ਅਪਲਾਈ ਕੀਤਾ ਤਾਂ ਫਿਰ ਉਹਨਾਂ ਨੇ ਡਿਟੇਲ ਜਿਹੜੀ ਹੈਗੀ ਉਹ ਸਾਰੀ ਮੰਗ ਲਈ। ਗਗਨ ਜੀ ਮੇਰੀ ਗੱਲ ਸੁਣੋ ਜੀ ਜੀ। 4.5 ਸਾਲ ਇੱਕ ਬੀਜੇਪੀ ਦਾ ਆਗੂ ਕਾਂਗਰਸ ਦੀ ਅਗਵਾਈ ਕਰ ਗਿਆ ਤੇ 7-8 ਰਾਜਾਂ ਦੇ ਵਿੱਚ ਕਾਂਗਰਸ ਨੇ ਆਪਣੇ ਚੁਣੇ ਹੋਏ ਜਿਤਾ ਕੇ ਐਮਐਲਏ ਬੀਜੇਪੀ ਨੂੰ ਗਿਫਟ ਕਰ ਦਿੱਤੇ। ਇਸ ਕਰਕੇ ਸਭ ਤੋਂ ਵੱਡੀ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਖੁਦ ਕਾਂਗਰਸ ਉਹ ਚੀਜ਼ ਦਾ ਸਮਰਥਨ ਕਰ ਰਹੀ ਹੈ ਜਿਹੜੀ ਚੀਜ਼ਾਂ ਤੇ ਸਮਰਥਨ ਲੋਕਾਂ ਦੇ ਹੱਕਾਂ ਦੇ ਵਿੱਚ ਹੋਣਾ ਚਾਹੀਦਾ, ਲੋਕਾਂ ਦੀ ਆਵਾਜ਼ ਲਈ ਹੋਣਾ ਚਾਹੀਦਾ। ਅੱਜ ਦੀ ਬਾਅਦ ਚ ਪਹਿਲਾਂ 4.5 ਸਾਲ ਕਹਿੰਦੇ, ਜਦੋਂ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਇਹ ਬੀਜੇਪੀ ਦੇ ਹੱਥ ਟੋਕਾ ਬਣ ਕੇ ਕੰਮ ਕਰ ਰਹੇ ਆ, 4.5 ਸਾਲ ਬਾਅਦ ਕਹਿੰਦੇ ਹਾਂਜੀ ਸਾਨੂੰ ਤਾਂ ਹੁਣ ਹੀ ਪਤਾ ਲੱਗਿਆ ਤੇ ਕੈਪਟਨ ਸਾਹਿਬ ਬੀਜੇਪੀ ਨਾਲ ਰਲੇ ਸੀ, ਸਾਡਾ ਹੈ ਹੀ ਨਹੀਂ ਸੀ। ਚਲੋ ਸੁਰਜੀਤ ਜਾਨੀ ਸਾਹਿਬ, ਮਨੂਕੇ ਜੀ ਸੁਰਜੀਤ ਜਾਨੀ ਸਾਹਿਬ ਸਾਡੇ ਨਾਲ ਜੁੜ ਰਹੇ ਨੇ, ਬੀਜੇਪੀ ਆਗੂ ਨੇ, ਸਾਬਕਾ ਵਿਧਾਇਕ ਵੀ ਨੇ। ਜਾਨੀ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਵੀ। ਤੇ ਇਹ ਜਿਹੜਾ ਸਿਨੈਰੀਓ ਹੈਗਾ, ਸਰਬਜੀਤ ਕੌਰ ਮਾਣੂਕੇ ਕਹਿ ਰਹੇ ਨੇ ਕਿ ਇਸ ਪੂਰੇ ਦੇ ਪੂਰੇ ਸਿਨੈਰੀਓ ਦੇ ਵਿੱਚ ਪੂਰੇ ਦਾ ਪੂਰਾ ਸਿਨੈਰੀਓ ਜਿਹੜਾ ਹੈਗਾ ਉਸ ਦੇ ਵਿੱਚ ਸਰਬਜੀਤ ਕੌਰ ਮਾਣੂਕੇ ਕਹਿ ਰਹੇ ਨੇ ਕਿ ਇਹ ਜਮਹੂਰੀਅਤ ਦਾ ਕਾਣ ਹੈਗਾ ਸਿੱਧੇ ਤੌਰ ਤੇ ਜਿਹੜਾ ਗਵਰਨਰ ਕਰ ਰਹੇ ਨੇ। देखो गल सुनो जी, एवें ना एलिगेशन लाना अच्छी गल नहीं है। गवर्नर किसी एक पार्टी का नहीं होंदा, ये आपदा प्रोसीजर अडॉप्ट करते नहीं है, ये वाह वाही लुटन वास्ते सारा कुछ कर रहे ने। पहली गल तो इन्हों पुछो बाण में MLA सैसन सदन की लोड़ की है, इन्हों खतरा किस चीज तो है? ओपोजिशन तो है ही नहीं इस बार, लोगों ने सारा मैंडेट इन्हों देता, बाण में MLA इन्हों जिताते ਤੇ ਫਿਰ ਵੀ ਇਹ ਡਰੀ ਜਾਂਦੇ, ਤਾਂ ਇਹਨਾਂ ਦਾ ਹੱਲ ਕੀ ਹੈ? ਮੈਨੂੰ ਦੱਸੋ। ਇਹਨਾਂ ਦਾ ਹੱਲ ਰੱਬ ਕੋਲ ਹੀ ਹੈ ਔਰ ਕਿਸੇ ਕੋਲ ਨਹੀਂ ਹੈ। ਬਿਨਾਂ ਵਜ੍ਹਾ ਲੋਕਾਂ ਦਾ ਟਾਈਮ ਬਰਬਾਦ ਕਰਦੇ ਨੇ ਔਰ ਬਿਨਾਂ ਵਜ੍ਹਾ ਇਹ ਗੱਲਾਂ ਕਰਦੇ ਨੇ ਵੀ ਆਪ ਦਾ ਤੁਸੀਂ ਇੱਕ ਪ੍ਰੋਟੋਕੋਲ ਹੁੰਦਾ ਹੈ, ਤਾਂ ਬੰਦਰ ਦੇ ਹੱਥ ਉਸ ਤਰ੍ਹਾਂ ਕਿਸੇ ਦਾ ਨੱਕ ਕੱਟੀ ਜਾਂਦੇ, ਕਿਸੇ ਦਾ ਕੰਨ ਕੱਟੀ ਜਾਂਦੇ ਆ। ਨਾਚ ਨਾ ਜਾਣੇ ਆਂਗਣ ਟੇਢਾ ਕੰਮ ਇਹਨਾਂ ਨੂੰ ਆਂਦਾ ਨਹੀਂ। ਇਹ ਬਸ ਮਤਲਬ ਕਿ ਇੱਕ ਐਲੀਗੇਸ਼ਨ ਲਾ ਕੇ ਆਪਦੇ ਨੰਬਰ ਬਣਾਉਣਾ ਚਾਹੁੰਦੇ, ਛੋਛਾਬਾਜ਼ੀ ਕਰਦੇ ਨੇ। ਇਹਨਾਂ ਦੀ ਝਾਕ ਗੁਜਰਾਤ ਹਿਮਾਚਲ, ਉੱਥੇ ਬਣਨਾ ਇਹਨਾਂ ਦਾ ਕੁਝ ਹੈ ਨਹੀਂ, पर गल्लां करी जाते हैं। आम आदमी पार्टी देखो, कोई अज कोई नवा गवर्नर कोई नहीं बैठा, सरकारां जदों दे देश आजाद है सरकारां बन रही हैं। मैं भी 3 टर्म विच MLA ते मिनिस्टर रहा। एक प्रोटोकॉल होता है सैशन चलाण दा, एक चिट्ठी लिखनी पैंदी है, ओहदे विच आप दा कोई दिओ तो सही, तुसीं काहदे वास्ते सद रहे हो? दसो भी बाण में MLA तो ज्यादा। जानी साहब सवाल ये कर रहे ने, CM भी सवाल ये कर रहे ने कि 75 साल विच पहली बार हो रहा है जदों गवर्नर पूरे दा पूरा एजेंडा मंग रहे ने, बिजनेस डिटेल मंग रहे ने। इस तो पहला तो ऐसे ही होता है, पहली बार नहीं है, पहली बार नहीं होता कभी। ये नहीं है तुसी कुर्सी ते बैठोगे कल सैशन चलाना है, सैशन दे विच सिक्योरिटी भी लानी पैंदी है, सारी चीज होंदी है ओदे विच। एवें थोड़ी ये सैशन कमेटी ते चले जांदे। मेरे सहयोगी पंकज सरबजीत कौर माणूके ने सवाल करना चाहते हैं। पंकज ओवर टू यू। ਮੈਨੂੰ ਇੱਕ ਗੱਲ ਦੱਸੋ ਤੁਸੀਂ। एक मिनट माणूके जी, पंकज मेरे सहयोगी मेरे नाल ने, वो भी ਤੁਹਾਨੂੰ सवाल करना चाहते हैं। पंकज ਮੈਨੂੰ ਦੋਨਾਂ ਤੋਂ ਇੱਕ ਗੱਲ ਪੁੱਛ ਕੇ ਦੱਸੋ ਵੀ ਕਿੰਨੀ ਵਾਰ BSc ਦਾ ਏਜੰਡਾ। माणूके जी मेरा एक सवाल ले लो फिर जवाब दे दियो। माणूके जी एक सवाल ले लो फिर जवाब दे दियो। चलो माणूके जी मेरा सवाल ये है कि क्योंकि मुख मंत्री ने कहा सीगा किसानी दे उत्ते पराली दे उत्ते 27 तरीक का सैशन रहने वाला है, कि इस सैशन दे विच कॉन्फिडेंस मोशन लिया जाएगा जिस नूं लेके लगातार जिक्र किया जा रहा है कि ऑपरेशन लोटस पंजाब च फेल कर दिता गया। सीधे तौर पर दस दो कि जिहड़ा वै ये लिया जाएगा या नहीं लिया जाएगा? ਮੈਨੂੰ ਤੁਸੀਂ ਇੱਕ ਗੱਲ ਦਾ ਜਵਾਬ ਦਿਓ, BSc ਜਿਹੜਾ ਕੋਈ ਡਿਸਕਸ ਕਰਦੀ ਹੈ ਉਹ ਸੈਸ਼ਨ ਤੋਂ ਪਹਿਲਾਂ ਡਿਸਕਲੋਜ਼ ਹੁੰਦਾ ਕਿੱਦਾਂ ਹੁੰਦਾ? ਅਗਲੀ ਗੱਲ BSc ਦੇ ਵਿੱਚ ਤੁਹਾਡਾ ਲੀਡਰ ਆਫ ਆਪੋਜੀਸ਼ਨ ਬੈਠਾ ਹੋਏਗਾ, BSc ਦੇ ਵਿੱਚ ਦੂਜੀ ਪਾਰਟੀ ਦਾ ਬੰਦਾ ਹੋਏਗਾ। ਇਹ MLA ਦੀ ਪਾਵਰ ਹੈ ਕਿ BSc ਦਾ ਬਿਜ਼ਨਸ ਆ ਜਿਹੜਾ ਅਪਰੂਵਡ ਬਾਈ ਕਮੇਟੀ ਐਂਡ ਡਿਸਕਸਡ ਬਾਈ ਦਾ ਸਪੀਕਰ ਸਾਹਿਬ। ਮੈਨੂੰ ਤੁਸੀਂ ਇੰਨਾ ਹੀ ਦੱਸ ਦਿਓ, ਜੈਣੀ ਸਾਹਿਬ ਬੈਠੇ ਆ, ਇਹਨੇ ਇਸ ਚੀਜ਼ ਦੇ ਮਾਹਰ ਬੈਠੇ ਆ, ਤੁਸੀਂ ਬੈਠੇ ਹੋ, ਕਿ BSc ਦਾ ਏਜੰਡਾ ਇੱਕ MLA ਡਿਸਕਸ ਕਰ ਸਕਦਾ? ਇਸ ਗੱਲ ਦਾ ਜਵਾਬ ਦਿਓ ਮੈਨੂੰ।
ਪਾਰਟੀ ਦੇ ਵਿੱਚ ਚਰਚਾ ਹੋਈ ਜਾਨੀ ਹੈ ਸਾਹਿਬ। ਕਿਉਂਕਿ ਮੁੱਖ ਮੰਤਰੀ ਨੇ ਮੀਟਿੰਗ ਲਈ ਤੁਸੀਂ ਸੀਗੀ ਇੱਕੋ ਔਰ ਹੀ ਮੁੱਖ ਜਵਾਬ ਮੰਤਰੀ ਦੇ ਨੇ ਦਿਓ, ਕਿਹਾ ਸੀਗਾ ਤੁਹਾਡੇ ਸੈਸ਼ਨ MLA ਤੁਹਾਨੂੰ ਡਰ ਕੀ ਹੈ? ਇੱਕ ਮਿੰਟ ਮੇਰੀ ਗੱਲ ਦਾ ਇਸ ਗੱਲ ਦਾ ਜਵਾਬ ਦਿਓ। ਤੁਸੀਂ ਇੱਕੋ ਗੱਲ ਦਾ ਜਵਾਬ ਦੇ ਦਿਓ ਵੀ ਮਾਨ ਮੈਂ ਐਮਐਲਏ ਤੁਹਾਡੇ ਕੋਲ ਐਡਾ ਤੁਹਾਨੂੰ ਲੋਕਾਂ ਨੇ ਪੰਜਾਬ ਦੇ ਨੇ ਫਤਵਾ ਦਿੱਤਾ, ਤੁਹਾਨੂੰ ਡਰ ਕੀ ਹੈ? ਸਾਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ, ਬਿਲਕੁਲ ਤੁਹਾਨੂੰ ਡਰ ਕੀ ਚੀਜ਼ ਹੈ? ਤੁਸੀਂ ਕਦੇ ਲੋਟਸ ਦਾ ਬਹਾਨਾ ਮਾਰਦੇ ਹੋ, ਕਦੇ ਕੁਛ ਮਾਰਦੇ ਹੋ, ਸਾਡੇ ਬੰਦੇ ਖਰੀਦੇ ਜਾ ਰਹੇ ਆ। ਤੁਹਾਡੇ ਬੀਜੇਪੀ ਲੀਡਰ ਵਾਂਗ ਇਹ ਨਹੀਂ ਕਹਿਣਾ ਵੀ ਸਾਡਾ ਕਿਸਾਨ ਅੰਦੋਲਨ ਗਲਤ ਸੀ, ਸਾਡਾ ਲੀਡਰ ਨੇ ਗਲਤ ਡਿਸੀਜਨ ਲਿਆ। ਅਸੀਂ ਤਾਂ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਇੱਕ ਟੋਕ ਕੇ ਖੜੇ ਆ ਤੇ ਖੜੇ ਰਹਾਂਗੇ। ਦੂਜੀ ਗੱਲ ਇੱਕ ਹੈ, ਮੈਨੂੰ ਇੱਕ ਗੱਲ ਦਾ ਤੁਸੀਂ ਜਵਾਬ ਦੇ ਦਿਓ ਗਗਨ ਜੀ, ਇਹਨਾਂ ਤੋਂ ਪੁੱਛ ਕੇ ਦੱਸੋ ਜੀ ਕੀ ਬੀਐਸਸੀ ਦੀ ਮੀਟਿੰਗ ਦੇ ਵਿੱਚ ਪਾਸ ਹੋਇਆ ਏਜੰਡਾ ਸਪੀਕਰ ਦੀ ਪਰਮਿਸ਼ਨ ਤੋਂ ਬਿਨਾਂ ਇੱਕ ਐਮਐਲਏ ਡਿਸਕਲੋਜ਼ ਕਰ ਸਕਦਾ ਕਿ ਨਹੀਂ? ਦੋਨਾਂ ਤੋਂ ਪੁੱਛ ਕੇ ਦੱਸੋ। ਜਾਨੀ ਜਦੋਂ ਸਾਹਿਬ ਇਹਨਾਂ ਨੂੰ ਪਤਾ ਵੀ ਨਹੀਂ ਕਰ ਸਕਦਾ, ਇਹ ਜਨਤਾ ਨੂੰ ਗੁੰਮਰਾਹ ਕਿਉਂ ਕਰ ਰਹੇ ਕਹਿਣ ਇਹ ਅਸੀਂ ਝੂਠ ਬੋਲ ਰਹੇ ਹਾਂ। ਜਾਨੀ ਸਾਹਿਬ ਹਾਂਜੀ ਹਾਂਜੀ ਇਹ ਟੈਕਨੀਕਲ ਕੁਐਸਚਨ ਹੈ, ਇਹਨੂੰ ਜ਼ਿਆਦਾ ਬੈਟਰ ਤੁਸੀਂ ਡਿਫਾਈਨ ਕਰ ਸਕਦੇ ਹੋ ਕਿਉਂਕਿ ਤੁਸੀਂ ਆਪ ਵਿਧਾਇਕ ਵੀ ਰਹੇ ਹੋ 3 ਵਾਰੀ ਔਰ ਮੰਤਰੀ ਵੀ ਰਹੇ ਹੋ। ਬੀਏਸੀ ਦੀ ਮੀਟਿੰਗ ਵਿੱਚ ਜਿਹੜਾ ਏਜੰਡਾ ਅਪਰੂਵ ਹੁੰਦਾ ਹੈ ਕਿ ਉਸ ਨੂੰ ਡਿਸਕਲੋਜ਼ ਕੀਤਾ ਜਾ ਸਕਦਾ ਹੈ ਬਿਨਾਂ ਸਪੀਕਰ ਦੀ ਮਨਜ਼ੂਰੀ ਦੇ ਜਾਂ ਬਿਨਾਂ ਸਪੀਕਰ ਦੀ ਗਵਰਨਰ ਕੋਲ ਪਾਵਰ ਹੈ, ਗਵਰਨਰ ਆਪਣੀ ਪਾਵਰ ਨੂੰ ਯੂਜ਼ ਕਰ ਇਹ ਸਕਦਾ ਐਮਐਲਏ ਦੀ ਗੱਲ ਕਰ ਹੈ। ਰਹੇ ਇਹ ਹਾਂ ਅਗਰ ਗਵਰਨਰ ਪਾਵਰ, ਦੇਖੋ ਗੱਲ ਸੁਣੋ, ਕੋਈ ਵੀ ਗਵਰਨਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਦਾ ਜਿਹਦੀ ਜਵਾਬਦੇਹੀ ਹੋਏਗੀ। ਗਵਰਨਰ ਨੇ ਕਾਨੂੰਨ ਦੇ ਦਾਇਰੇ 'ਚ ਕੰਮ ਕਰਨਾ ਹੈ। ਇਹਦੇ ਵਿੱਚ ਜਿਹੜੀ ਕਮੀਆਂ ਇਹ ਦੂਰ ਕਰ ਦੇਣ, ਸੈਸ਼ਨ ਕੋਈ ਰੋਕਦਾ ਹੈ, ਭਾਵੇਂ ਸੈਸ਼ਨ, ਸਾਨੂੰ ਕੀ ਨੁਕਸਾਨ ਹੈ? ਜਾਨੀ ਦੱਸੋ, ਸਾਹਿਬ ਤੁਸੀਂ BJP ਨੂੰ ਕੀ ਐਮਐਲਏ ਤੋਂ ਨੁਕਸਾਨ ਪੁੱਛ ਹੈ? ਰਹੇ ਹੋ ਬੀਐਸਸੀ ਦਾ ਏਜੰਡਾ, ਤੁਸੀਂ ਐਮਐਲਏ ਤੋਂ ਪੁੱਛ ਰਹੇ ਹੋ ਕਿ ਬੀਐਸਸੀ ਦਾ ਏਜੰਡਾ ਦੱਸੋ ਕੀ ਹੋਏਗਾ? ਮਾਨੂਕੇ ਜੀ ਮੈਂ ਥੋੜਾ ਕਲੀਅਰ ਕਰਦਾ ਹूं, ਸਵਾਲ ਮੇਰੇ सहयोगी पंकज ਦਾ ਸੀਗਾ, पंकज कपाही मेरे सहयोगी ਪੰਕਜ ਤੋਂ ਪੁੱਛੋ, ਪੰਕਜ ਜੀ ਤੋਂ ਪੁੱਛੋ, ਪੰਕਜ ਜੀ ਤੋਂ ਪੁੱਛੋ, ਉਹਨਾਂ ਨੇ ਪੁੱਛਿਆ, ਉਹਨਾਂ ਨੂੰ ਪਤਾ ਹੋਣਾ ਨਾ ਪਰ ਰੂਲ ਹੋਣਾ, ਪੁੱਛੋ। ਪੰਕਜ ਨਾਲ ਤਾਂ ਖੈਰ ਮੇਰਾ ਰਾਬਤਾ ਕੱਟ ਗਿਆ ਹੈ, ਪਰ ਜਿਹੜਾ ਇਹ ਸਿਨੈਰੀਓ ਹੈਗਾ, ਇਹ ਸਿਨੈਰੀਓ ਆਪਣੇ ਆਪ ਵਿੱਚ ਬੜਾ ਇੱਕ ਹੈਰਾਨ ਕਰਨ ਵਾਲਾ ਵੀ ਹੈ। ਜਾਨੀ ਸਾਹਿਬ ਸੋਲੂਸ਼ਨ ਕੀ ਨਿਕਲੇਗਾ? ਟਕਰਾਅ ਦੇ ਵੱਲ ਜਿਹੜਾ ਹੈਗਾ ਜ਼ਿਆਦਾ ਵੱਧਦੇ ਹੋਏ ਨਜ਼ਰ ਆ ਰਹੀ ਹੈ ਸਰਕਾਰ ਤੇ ਗਵਰਨਰ, ਸੋਲੂਸ਼ਨ ਕਿਸ ਤਰੀਕੇ ਨਿਕਲੇਗਾ? ਮੇਰੀ ਗੱਲ ਸੁਣੋ, ਇਹ ਸਾਰਾ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਕਰ ਰਹੇ ਨੇ। ਪਹਿਲਾਂ ਤਾਂ ਮੈਡਮ ਨੂੰ ਪੁੱਛੋ, 92 ਐਮਐਲਏ ਤੁਹਾਨੂੰ ਡਰ ਕੀ ਹੈ? ਤੁਸੀਂ ਸੈਸ਼ਨ ਕਾਹਦੇ ਵਾਸਤੇ ਸੱਦ ਰਹੇ ਹੋ? ਕਰੋੜੋ ਰੁਪਇਆ ਪੰਜਾਬ ਦਾ ਬਰਬਾਦ ਕਰਨ ਨੂੰ ਤੁਸੀਂ ਤੁਲੇ ਹੋਏ ਹੋ। ਤੁਸੀਂ ਕੋਈ ਏਜੰਡਾ, ਤੁਸੀਂ ਕੋਈ ਕਿਹੜੀ ਗੱਲ ਵਿੱਚ? ਇਹ ਗਵਰਨਰ ਦਾ ਰਾਈਟ ਹੈ, ਇਹ ਗਵਰਨਰ ਨੂੰ ਪੁੱਛੋ। ਗਵਰਨਰ ਦਾ ਰਾਈਟ ਹੈ, ਗਵਰਨਰ ਆਪਣਾ ਰਾਈਟ ਦਾ ਇਸਤੇਮਾਲ ਕਰ ਰਿਹਾ। ਇਹਦੇ ਵਿੱਚ ਤੁਸੀਂ ਕਹਿੰਦੇ ਬੀਜੇਪੀ ਦਾ, ਤਾਂ ਬੀਜੇਪੀ ਨੂੰ ਕੀ ਨੁਕਸਾਨ ਹੈ? ਸੈਂਟਰ ਨੂੰ ਕੀ ਨੁਕਸਾਨ ਹੈ? ਤੁਸੀਂ ਅਗਰ ਸੈਸ਼ਨ ਬੁਲਾਓ, ਸੈਸ਼ਨ ਤਾਂ ਬੁਲਾਉਂਦੇ ਰਹਿੰਦੇ ਆ ਹਮੇਸ਼ਾ। ਦਲਜੀਤ ਚੀਮਾ ਸਾਹਿਬ ਵੀ ਸਾਡੇ ਨਾਲ ਜੁੜ ਰਹੇ ਨੇ, ਜਾਨੀ ਸਾਹਿਬ ਦਲਜੀਤ ਚੀਮਾ ਸਾਹਿਬ ਵੀ ਸਾਡੇ ਨਾਲ ਜੁੜ ਰਹੇ ਨੇ। ਡਾਕਟਰ ਦਲਜੀਤ ਚੀਮਾ, ਬਹੁਤ ਬਹੁਤ ਹੁਣ ਮੇਰੀ ਗੱਲ ਸਵਾਗਤ ਸੁਣੋ ਗਗਨ ਜੀ, ਸੁਣੋ ਮਾਨੂਕੇ ਜੀ, ਇੱਕ ਮਿੰਟ ਆ ਰਿਹਾ ਮੈਂ ਚੀਮਾ ਜੀ ਨੂੰ ਵੀ ਨਾਲ ਲੈਣਾ। ਸੁਣੋ ਪਹਿਲਾਂ ਇਹਨਾਂ ਦੀ ਗੱਲ ਦਾ ਮੈਂ ਜਵਾਬ ਦੇਣਾ, ਮੈਂ ਇਹਨਾਂ ਦੀ ਗੱਲ ਦਾ ਜਵਾਬ ਦੇਣਾ ਜੀ। ਤੁਸੀਂ ਇੱਕ ਦਾ ਜਵਾਬ ਦੇ ਦਿਓ, 92 ਐਮਐਲਏ ਡਰ ਕੀ ਹੈ ਤੁਹਾਨੂੰ? ਮਾਨੂਕੇ ਜੀ ਮੈਂ ਬਿਲਕੁਲ ਜਵਾਬ ਦੇਣਾ ਚਾਹੁੰਦੀ ਹਾਂ ਜਾਨੀ ਸਾਹਿਬ ਤੁਹਾਨੂੰ। ਸਾਨੂੰ 92 ਐਮਐਲਏ ਨੂੰ ਕੋਈ ਡਰ ਨਹੀਂ ਭਗਵੰਤ ਮਾਨ ਜੀ ਦੀ ਅਗਵਾਈ 'ਚ। ਤੁਹਾਨੂੰ ਗੁਜਰਾਤ 'ਚ ਧਰਤੀ ਹਿੱਲ ਰਹੀ ਹੈ ਤਾਂ ਕਰਕੇ ਡਰ ਪੈ ਰਿਹਾ। ਅੱਜ ਤੱਕ ਗਵਰਨਰ ਨੇ, ਤੁਸੀਂ ਪੰਜਾਬ ਭਾਰਤ ਦੇ ਵਿੱਚ ਕਿਤੇ ਵੀ ਦਿਖਾਓ, ਪਹਿਲਾਂ ਬੀਐਸਸੀ ਮੰਗੀ ਹੈ। ਰੂਲ ਦੇ ਅਕੋਰਡਿੰਗਲੀ ਕੰਮ ਕਰੋ, ਸਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ। ਅਸੀਂ ਤਾਂ ਬਾਰ-ਬਾਰ ਜਨਤਾ ਨੇ 92 ਇਕੱਠੇ ਕਰਕੇ ਤੋਰੇ ਆ, ਦਿਖਾ ਦਾਂਗੇ। ਪਰ ਤੁਹਾਨੂੰ ਕੀ ਡਰ ਪੈ ਜਾਂਦਾ ਜਦੋਂ ਤੁਸੀਂ ਕਰਨਾਟਕ, ਮਹਾਰਾਸ਼ਟਰ, ਗੋਆ ਬੰਦੇ ਖਰੀਦਣ ਤੁਰ ਜਾਂਦੇ ਆ? ਤੁਹਾਨੂੰ ਕਾਹਦਾ ਡਰ ਹੁੰਦਾ? ਤੁਸੀਂ ਚਲੋ ਡਾਕਟਰ ਦਲਜੀਤ ਚੀਮਾ ਵੀ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਨੂੰ ਵੀ ਅਸੀਂ ਨਾਲ ਲੈ ਲੈਂਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਨੇ ਡਾਕਟਰ ਚੀਮਾ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਦੋਵੇਂ ਆਗੂ ਸਾਡੇ ਨਾਲ ਮੌਜੂਦ ਨੇ, ਆਮ ਆਦਮੀ ਪਾਰਟੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਤੇ ਸੁਰਜੀਤ ਜਾਨੀ ਸਾਹਿਬ ਸਾਡੇ ਨਾਲ ਨੇ, ਬੀਜੇਪੀ ਦੇ ਵਿਧਾਇਕ ਵੀ ਰਹੇ ਨੇ, ਮੰਤਰੀ ਵੀ ਰਹੇ ਨੇ। ਚੀਮਾ ਸਾਹਿਬ, ਇਹ ਸਿਨੈਰੀਓ ਜਿਹੜਾ ਬਣਦਾ ਨਜ਼ਰ ਆ ਰਿਹਾ ਹੈ, ਗਵਰਨਰ ਹੁਣ ਬਿਜ਼ਨਸ ਡਿਟੇਲ ਮੰਗ ਰਹੇ ਨੇ। ਆਮ ਆਦਮੀ ਪਾਰਟੀ ਕਹਿੰਦੀ ਹੈ ਕਿ 75 ਸਾਲਾਂ 'ਚ ਪਹਿਲੀ ਵਾਰ ਅਜਿਹਾ ਹੋਇਆ। ਬੀਜੇਪੀ ਆਗੂ ਕਹਿ ਰਹੇ ਨੇ ਕਿ ਨਹੀਂ, ਇਹ ਤਾਂ ਰੂਟੀਨ ਹੈ, ਇਹ ਗਵਰਨਰ ਦੀ ਪਾਵਰ ਹੈ ਔਰ ਗਵਰਨਰ ਨੂੰ ਹਰ ਵਾਰ ਇਸ ਤਰੀਕੇ ਜਿਹੜਾ ਹੈ ਕਿ ਡਿਟੇਲ ਭੇਜੀ ਜਾਂਦੀ ਰਹੀ ਹੈ, ਇਸ ਵਾਰ ਨਵਾਂ ਕੁਝ ਨਹੀਂ ਹੋ ਰਿਹਾ। ਚੀਮਾ ਸਾਹਿਬ ਦੇਖੋ, ਗੱਲ ਇਹ ਹੈ ਕਿ ਪੰਜਾਬ ਦੀ ਜਨਤਾ ਨੇ ਤੇ ਕੋਈ ਕਸਰ ਨਹੀਂ ਛੱਡੀ ਇਹਨਾਂ ਨੂੰ ਸ਼ਕਤੀ ਦੇਣ ਦੀ ਤੇ ਏਡੀ ਵੱਡੀ ਸਰਕਾਰ ਬਣਾ ਕੇ ਦੇਣ ਦੀ। ਹੁਣ ਜੇ ਇਹ ਸਰਕਾਰ ਆਪਣੀ ਨਹੀਂ ਚਲਾ ਸਕਦੇ ਤੇ ਉਹਦੇ ਵਾਸਤੇ ਕਿਸੇ ਦੂਜੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਇਹਨਾਂ ਨੂੰ ਇਹ ਪੁੱਛੋ ਕਿ ਜਿਸ ਦਿਨ ਗਵਰਨਰ ਸਾਹਿਬ ਦੇ ਨਾਲ ਜਾ ਕੇ ਸੰਗਤ ਦਰਸ਼ਨ ਕਰਦੇ ਸੀਗੇ, ਉਸ ਦਿਨ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਸੀ ਪਤਾ ਕਿ ਇੱਕ ਇਲੈਕਟਡ ਗਵਰਨਮੈਂਟ ਕੀ ਹੁੰਦੀ ਹੈ। ਅਸੀਂ ਉਸ ਦਿਨ ਵੀ ਸਵਾਲ ਚੁੱਕਿਆ ਸੀ ਕਿ ਸਰਕਾਰ ਨੂੰ ਆਪਣੀ ਕਨਸਟੀਟਿਊਸ਼ਨਲ ਜਿਹੜੀ ਜ਼ਿੰਮੇਵਾਰੀ ਹੈ ਉਹ ਸੰਭਾਲਣੀ ਚਾਹੀਦੀ। ਉੱਥੇ ਤਾਂ ਉਂਗਲੀ ਫੜ ਕੇ ਬੱਚਿਆਂ ਵਾਂਗੂ ਨਾਲ ਤੁਰੇ ਹੋਏ ਸੀ ਕਿ ਗਵਰਨਰ ਸਾਹਿਬ ਸੰਗਤ ਦਰਸ਼ਨ ਕਰਨਗੇ ਤੇ ਮੁੱਖ ਮੰਤਰੀ ਸਾਹਿਬ ਨਾਲ ਬੈਠਣਗੇ, ਨਾਲ ਪ੍ਰੈਸ ਕਾਨਫਰੰਸ ਕਰਨਗੇ। ਉਸ ਦਿਨ ਵੀ ਆਪਣੀ ਜਿਹੜੀ ਸੰਵਿਧਾਨਕ ਸ਼ਕਤੀ ਹੈ ਸਰਕਾਰ ਦੀ,
ਉਹਦਾ ਕਹਿਣਾ ਚਾਹੀਦਾ ਸੀ ਕਿ ਇਹ ਸਾਡਾ ਹੱਕ ਹੈ, ਸਰਕਾਰ ਦਾ ਹੱਕ ਹੈ। ਹੁਣ ਜਦੋਂ ਤੁਸੀਂ ਬੱਚਿਆਂ ਵਾਂਗੂ ਹਰਕਤਾਂ ਕਰੋਗੇ ਉਸ ਵੇਲੇ ਤੁਹਾਨੂੰ ਆਪਣੀ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ ਹੋਊਗਾ। ਉਸ ਤੋਂ ਬਾਅਦ ਜਦੋਂ ਤੁਸੀਂ ਸੈਸ਼ਨ ਬੁਲਾਉਣਾ ਹੈ, ਸੈਸ਼ਨ ਦੇ ਨਿਯਮ ਨਿਰਧਾਰਤ ਨੇ। ਕੋਈ ਦੇਸ਼ ਨਵਾਂ ਆਜ਼ਾਦ ਨਹੀਂ ਹੋਇਆ, 75 ਸਾਲ ਤੋਂ ਸੈਸ਼ਨ ਕਿਸ ਤਰ੍ਹਾਂ ਕਾਲ ਕੀਤਾ ਜਾਂਦਾ ਹੈ, ਉਹਦੀ ਇੱਕ ਵਿਧੀ ਹੈ, ਦੂਜੀ ਹੈ। ਸੈਸ਼ਨ ਵਾਸਤੇ ਸਮਾਂ ਨਿਰਧਾਰਤ ਹੈ ਕਿ ਜੇ ਐਮਰਜੈਂਸੀ ਸੈਸ਼ਨ ਬੁਲਾਉਣਾ ਤਾਂ ਇੰਨਾ ਸਮਾਂ, ਨਹੀਂ ਤਾਂ 15-20 ਦਿਨ ਦਾ ਸਮਾਂ, 15 ਦਿਨ ਦਾ ਦਿੱਤਾ ਜਾਂਦਾ। ਉਹਦਾ ਕਾਰਨ ਹੈ ਕਿ ਸੈਸ਼ਨ ਮੈਂਬਰਾਂ ਵਾਸਤੇ ਹੈ। ਮੈਂਬਰਾਂ ਨੇ ਆਪਣੇ ਕੁਐਸਚਨਸ ਦੇਣੇ ਆ, ਮੈਂਬਰਾਂ ਨੇ ਆਪਣੇ ਜਿਹੜੇ ਆ ਕੋਈ ਕਾਲ ਅਟੈਂਸ਼ਨ ਦੇਣੀਆਂ ਨੇ। 15 ਦਿਨ ਤੋਂ ਪਹਿਲਾਂ ਅਗਰ ਤੁਸੀਂ ਕੋਈ ਕੁਐਸਚਨ ਦਿੰਦੇ ਹੋ, ਉਸ ਤੋਂ ਬਾਅਦ ਤੋਂ ਲੱਗਦਾ ਨਹੀਂ। ਉਹਦਾ ਸਮਾਂ ਹੁੰਦਾ ਕਿ 15 ਦਿਨ ਪਹਿਲਾਂ ਤੁਸੀਂ ਕੁਐਸਚਨ ਦੇਣੇ ਆ। ਤੁਸੀਂ ਜੇ ਸੈਸ਼ਨ ਬੁਲਾਉਣਾ ਤਾਂ ਐਮਐਲਏ ਨੂੰ ਆਪਣੀ ਤਿਆਰੀ ਦਾ ਸਮਾਂ ਤਾਂ ਦਿਓ। ਕਈ ਐਮਐਲਏ ਵਿਦੇਸ਼ ਦੇ ਵਿੱਚ ਹੋਣਗੇ, ਕੋਈ ਦੂਜੇ ਥਾਵਾਂ ਤੇ ਹੋਣਗੇ, ਤੁਹਾਨੂੰ ਫਿਰ ਐਮਰਜੈਂਸੀ ਕਾਹਦੀ ਹੈ? ਤੁਸੀਂ ਡਿਕਲੇਅਰ ਕਰੋ ਡੇਟ ਕਿ ਅਸੀਂ ਇੰਨੀ ਤਰੀਕ ਨੂੰ ਸੈਸ਼ਨ ਬੁਲਾ ਰਹੇ ਹਾਂ। ਸਾਰੇ ਐਮਐਲਏ ਆਪੋ ਆਪਣੀ ਪੋਜੀਸ਼ਨ ਦੇ ਵਿੱਚ ਹੋਣ, ਆਪਣੇ ਇਲਾਕਿਆਂ ਦੇ ਮੁੱਦੇ ਉਹਨਾਂ ਨੇ ਰੇਜ਼ ਕਰਨੇ ਆ, ਪੰਜਾਬ ਦੇ ਹੋਰ ਇੰਨੇ ਮੁੱਦੇ ਉਹਨਾਂ ਨੇ ਰੇਜ਼ ਕਰਨੇ ਆ। ਉਹ ਆਪਣੇ ਕੁਐਸਚਨ ਡਰਾਫਟ ਕਰਕੇ ਤੇ ਵਿਧਾਨ ਸਭਾ ਨੂੰ ਭੇਜਣਗੇ, ਉਤੋਂ ਮਹਿਕਮਿਆਂ ਨੂੰ ਜਾਣਗੇ, ਮਹਿਕਮੇ ਦੇ ਰਿਪਲਾਈ ਬਣਨਗੇ, ਫਿਰ ਸੈਸ਼ਨ ਦੇ ਵਿੱਚ ਡਿਸਕਸ ਹੋਣਗੇ। ਬਿਲਕੁਲ ਉਹ ਸਾਰਾ ਪ੍ਰੋਸੀਜਰ ਹੈਗਾ। ਚੀਮਾ ਸਾਹਿਬ ਸਵਾਲ ਇੱਥੇ, ਚੀਮਾ ਸਾਹਿਬ ਸਵਾਲ ਜੀ ਜੀ ਮਾਨੋ ਜੀ ਗਗਨ ਜੀ, ਹਾਂਜੀ ਹਾਂਜੀ, ਮੈਨੂੰ ਇੱਕ ਗੱਲ ਪੁੱਛ ਕੇ ਦੱਸ ਦਿਓ। ਚੀਮਾ ਸਾਹਿਬ ਬਹੁਤ ਸਤਿਕਾਰਯੋਗ ਆ, ਬੜੇ ਸੀਨੀਅਰ ਲੀਡਰ ਹੈ। ਵੀ ਕੀ ਸਪੈਸ਼ਲ ਸੈਸ਼ਨ ਦੇ ਵਿੱਚ ਕੁਐਸਚਨ ਆਰ ਹੁੰਦੇ ਆ, ਕਾਲ ਅਟੈਂਸ਼ਨ ਮੋਸ਼ਨ ਹੁੰਦੀ ਹੈ, 0 ਆਰ ਹੁੰਦੇ ਆ? ਦੇਖੋ ਪਹਿਲੀ ਵਾਰ ਨਹੀਂ ਹੋਇਆ ਕੋਈ ਸਪੈਸ਼ਲ ਸੈਸ਼ਨ ਬੁਲਾਇਆ ਇਹਨਾਂ ਦੀ ਸਰਕਾਰ ਨੇ 1000 ਬੁਲਾਏ ਆ। ਤੇ ਦੂਜੀ ਗੱਲ, ਇੱਕ ਗੱਲ ਹੋਰ ਦੱਸਦੀ ਆ ਮੈਂ, ਇਹ ਚੀਮਾ ਸਾਹਿਬ ਸਾਡੇ ਤੋਂ ਸੀਨੀਅਰ ਆ, ਇੱਕ ਗੱਲ ਹੋਰ ਦੱਸਦੀ ਆ। ਸਭ ਤੋਂ ਪਹਿਲਾਂ ਪੰਜਾਬ 'ਚ ਮੌਕਾ ਤੋਂ ਦੇਣ ਜੈਨ ਦੀ, ਐਮਐਲਏ ਜੈਨ ਸਾਹਿਬ ਦੀ, ਇਹਨਾਂ ਦੀ ਪਾਰਟੀ ਨੇ ਕੀਤੀ ਸੀ ਦਲ ਬਦਲ। ਐਂਟੀ ਡਿਫੈਕਸ਼ਨ ਲਾ ਇਹਨਾਂ ਦੀ ਪਾਰਟੀ ਤੋਂ ਸ਼ੁਰੂ ਹੋਇਆ, ਅਕਾਲੀ ਦਲ ਤੋਂ, ਮੌਕਾ ਤੋਂ। ਦੂਜੀ ਗੱਲ ਜਿਹੜੀ ਇਹ ਕਹਿ ਰਹੇ ਆ, ਅਸੀਂ ਗਵਰਨਰ ਸਾਹਿਬ ਨੂੰ ਐਜ਼ ਅ ਗਵਰਨਰ, ਨਾਟ ਐਟ ਅ ਪਾਰਟੀ, ਸਾਡੇ ਸੀਐਮ ਸਾਹਿਬ ਜਿੰਨਾ ਕੋਆਪਰੇਟ ਕਰਦੇ ਆ, ਕਰ ਸਕਣ ਤੇ ਕਰਨਗੇ। ਅਸੀਂ ਅੱਜ ਵੀ ਕਹਿੰਦੇ ਆ, ਅਸੀਂ ਰਿਸਪੈਕਟ ਕਰਦੇ ਆ ਗਵਰਨਰ ਦੀ ਚੇਅਰ ਦੀ, ਪਰ ਜਦੋਂ ਸਾਡੇ ਸੀਐਮ ਸਾਹਿਬ ਦਾ, ਸਾਡੇ ਸਪੀਕਰ ਸਾਹਿਬ ਦੇ ਅਧਿਕਾਰਾਂ ਤੇ ਉਹਨਾਂ ਦੇ ਕੁਐਸਚਨ ਉੱਠੇਗਾ ਤੇ ਅਸੀਂ ਵਿਰੋਧ ਵੀ ਕਰਾਂਗੇ, ਸਾਡਾ ਰਾਈਟ ਹੈ। ਚੀਮਾ ਸਾਹਿਬ ਬੈਠੇ ਆ, ਸਤਿਕਾਰਯੋਗ ਬੈਠੇ ਆ, ਮੰਤਰੀ ਰਹੇ ਹੋਏ ਆ, ਸਿਆਣੀ ਸਾਹਿਬ ਬੈਠੇ ਆ, ਮੰਤਰੀ ਰਹੇ ਹੋਏ ਆ। ਅਸੀਂ ਤਾਂ ਚਲੋ ਕਿਤੇ ਨਾ ਕਿਤੇ ਅਣਜਾਣ ਹੋ ਸਕਦੇ ਆ। ਇਹਨਾਂ ਤੋਂ ਪੁੱਛੋ ਵੀ ਤੁਹਾਡੀ ਸਰਕਾਰ ਨੇ ਕਿੰਨੇ ਵਾਰੀ ਬੀਏਸੀ ਭੇਜਿਆ ਸੀ, ਬੀਏਸੀ ਦਾ ਏਜੰਡਾ ਭੇਜਿਆ, ਫਿਰ ਸੈਸ਼ਨ ਦੀ ਪ੍ਰੋਵੀਜ਼ਨ ਲਈ ਸੀ। ਦੂਜੀ ਗੱਲ, ਸਪੈਸ਼ਲ ਸੈਸ਼ਨ ਪੰਜਾਬ ਦੇ ਲਈ, ਪੰਜਾਬ ਦੇ ਲੋਕਾਂ, ਮੈਨੂੰ ਇਹ ਦੱਸੋ 7 ਦਿਨ ਦਾ ਵਿੱਚ ਕਿਹੜੇ ਕੰਟਰੀ ਤੋਂ ਬੰਦਾ ਇੱਥੇ ਨਹੀਂ ਪਹੁੰਚ ਸਕਦਾ? ਜੇ ਤੇ ਪੰਜਾਬ ਦੇ ਲੋਕਾਂ ਲਈ ਅਸੀਂ ਆਪਣੇ ਨਿੱਜੀ ਬਾਹਰਲੇ ਵਿਦੇਸ਼ੀ ਦੋਸਤਾਂ ਦੇ ਰੁਝੇਵੇਂ ਨਹੀਂ ਛੱਡ ਸਕਦੇ, ਔਰ ਕਿਹਦੇ ਲਈ ਛੱਡਾਂਗੇ? ਬਿਲਕੁਲ ਚੀਮਾ ਸਾਹਿਬ, ਸਵਾਲ ਇਸ ਗੱਲ ਨੂੰ ਲੈ ਕੇ ਉੱਠ ਰਿਹਾ ਹੈ ਕਿ ਗਵਰਨਰ ਨੇ ਜਿਹੜਾ ਬੀਐਸਸੀ ਤੋਂ ਪਹਿਲਾਂ ਜਿਹੜਾ ਇੱਕ ਏਜੰਡਾ ਜਿਹੜਾ ਮੰਗਿਆ ਹੈ, ਉਸ ਏਜੰਡੇ ਨੂੰ ਲੈ ਕੇ ਸਵਾਲ ਉੱਠਿਆ ਹੈ ਕਿ ਕੀ ਗਵਰਨਰ ਨੂੰ ਇਹ ਏਜੰਡਾ ਭੇਜਿਆ ਜਾਣਾ ਹੈ? ਗਵਰਨਰ ਦਾ ਇਹ ਏਜੰਡਾ ਮੰਗਣਾ ਕੀ ਇਹ ਜਾਇਜ਼ ਮੰਨਿਆ ਜਾਵੇ, ਜਾਂ ਗਵਰਨਰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੇ ਨੇ, ਜਾਂ ਜਾਣਬੁੱਝ ਕੇ ਇੰਟਰਫੇਅਰ ਕਰ ਰਹੇ ਨੇ ਸਰਕਾਰ ਦੇ ਕੰਮਕਾਜ ਦੇ ਵਿੱਚ? ਮੁੱਖ ਮੰਤਰੀ ਲਿਖਦੇ ਨੇ ਕਿ ਗਵਰਨਰ ਦੀ ਪਰਮਿਸ਼ਨ ਤਾਂ ਸਿਰਫ ਇੱਕ ਰਸਮ ਹੁੰਦੀ ਹੈ, ਉਹ ਰਸਮ ਨਿਭਾ ਦੇਣੀ ਚਾਹੀਦੀ ਹੈ ਗਵਰਨਰ ਨੂੰ। ਦੇਖੋ, ਸੈਸ਼ਨ ਹੋਣਾ ਚਾਹੀਦਾ ਹੈ। ਸੈਸ਼ਨ ਲੋਕਾਂ ਦਾ ਸਦਨ ਹੈ, ਇਹ ਚੁਣੀ ਹੋਈ ਸਰਕਾਰ ਨੂੰ ਹੱਕ ਹੈ, ਸੈਸ਼ਨ ਕਰ ਸਕਦੇ ਹਨ ਜੀ। ਸੈਸ਼ਨ ਦੇ ਵਿੱਚ ਕਿਸੇ ਤਰ੍ਹਾਂ ਦਾ ਡਿੱਕਾ ਗਵਰਨਰ ਸਾਹਿਬ ਨੂੰ ਨਹੀਂ ਅੜਾਉਣਾ ਚਾਹੀਦਾ, ਇਸ ਗੱਲ ਦੇ ਉੱਤੇ ਮੈਂ ਬੜਾ ਕਲੀਅਰ ਹਾਂ। ਪਰ ਸੈਸ਼ਨ ਜਿਹੜਾ ਉਹਦੇ ਨਿਯਮ ਬਣੇ ਹੋਏ ਨੇ, ਉਹ ਸੈਸ਼ਨ ਵਾਸਤੇ ਨੇ ਨਿਯਮ, ਉਹ ਨਿਯਮ ਕਿਸੇ ਹੋਰ ਵਾਸਤੇ ਨਹੀਂ ਹੈ, ਕਿਉਂਕਿ ਸੈਸ਼ਨ ਦੇ ਵਿੱਚ ਮੈਂਬਰਾਂ ਦੇ ਅਧਿਕਾਰ ਨੇ। ਆਪਾਂ ਮੈਂਬਰਾਂ ਦੇ ਅਧਿਕਾਰਾਂ ਦਾ ਗਲਾ ਘੁੱਟ ਕੇ ਜੇ ਤੁਸੀਂ ਸੈਸ਼ਨ ਬੁਲਾਓਗੇ, ਸਾਡੇ ਭੈਣ ਜੀ ਕਹਿ ਰਹੇ ਸੀ ਸਪੈਸ਼ਲ ਸੈਸ਼ਨ ਦੀ ਵਜ੍ਹਾ ਹੁੰਦੀ ਹੈ। ਐਫਆਈਐਲ ਦਾ ਮਸਲਾ ਆਇਆ, ਕੋਈ ਹੋਰ ਮਸਲਾ ਆਇਆ, ਐਸਜੀਪੀਸੀ ਦਾ ਜਿਹੜਾ ਐਡਾ ਵੱਡਾ ਫੈਸਲਾ ਪੰਜਾਬ ਐਸਜੀਪੀਸੀ ਦੇ ਖਿਲਾਫ ਆ ਗਿਆ, ਪੰਜਾਬ ਦੀ ਧਰਤੀ ਦੇ ਉੱਤੇ ਐਸਜੀਪੀਸੀ ਦਾ ਹੈੱਡਕੁਆਟਰ ਹੈ। ਇਹੋ ਜਿਹਾ ਕੋਈ ਮਸਲਾ ਹੋਵੇ, ਤੁਸੀਂ ਐਮਰਜੈਂਸੀ ਸੈਸ਼ਨ ਬੁਲਾਉਣਾ ਤਾਂ ਤੁਸੀਂ ਸੈਸ਼ਨ ਬੁਲਾਓ, ਉਹਦੇ ਉੱਤੇ ਕਦੀ ਵੀ ਕੋਈ ਰੋਕ ਨਹੀਂ ਹੁੰਦੀ। ਤੇ ਤੁਹਾਨੂੰ ਪਹਿਲਾਂ ਤੁਸੀਂ ਆਪ ਹੀ ਪ੍ਰੈਸ ਕਾਨਫਰੰਸ ਕਰਕੇ ਦੱਸ ਦਿੰਦੇ ਹੋ ਕਿ ਅੱਜ ਪਾਣੀਆਂ ਦੇ ਮੁੱਦੇ ਦੇ ਉੱਤੇ ਪੰਜਾਬ ਦਾ ਸੈਸ਼ਨ ਬੁਲਾਇਆ ਜਾਂਦਾ, ਕੋਈ ਪੜਦਾ ਨਹੀਂ ਹੁੰਦਾ ਸੈਸ਼ਨ ਕਿਸ ਕੰਮ ਵਾਸਤੇ ਬੁਲਾਇਆ ਜਾਂਦਾ, ਦੂਜਾ ਬੁਲਾਇਆ ਜਾਂਦਾ। ਹੁਣ ਮੈਨੂੰ ਦੱਸੋ ਕਿ ਇਸ ਵੇਲੇ ਐਮਰਜੈਂਸੀ ਹੋਰ ਕਿਹੜੀ ਹੈ? ਤੁਸੀਂ ਜਿਹੜੇ ਮੁੱਦੇ ਨੇ ਪੰਜਾਬ ਦੇ ਡਿਫਾਈਨਡ ਮੁੱਦੇ ਨੇ, ਜਿਹੜੇ ਜਿਨ੍ਹਾਂ ਦੇ ਉੱਤੇ ਰੌਲਾ ਪੈ ਰਿਹਾ, ਉਹਨਾਂ ਦੇ ਉੱਤੇ ਸੈਸ਼ਨ ਬੁਲਾਉਣਾ। ਇਸ ਤੇ ਕਹਿੰਦੇ ਸੈਸ਼ਨ ਲੰਬਾ ਬੁਲਾਓ, ਸਗੋਂ ਇੱਕ ਦਿਨ ਦਾ ਕਿਉਂ ਬੁਲਾਉਣਾ? ਸੈਸ਼ਨ ਬੁਲਾਓ, ਖਰਚਾ ਇੰਨਾ ਹੁੰਦਾ, ਉਹਨੂੰ ਫਿਰ ਚਲਾਓ ਵੀ 10 ਦਿਨ। ਅਸੀਂ ਤਾਂ ਕਹਿੰਦੇ ਸੈਸ਼ਨ ਹੋਣਾ ਚਾਹੀਦਾ, ਸੈਸ਼ਨ ਦੇ ਉੱਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਾਉਣੀ ਚਾਹੀਦੀ ਗਵਰਨਰ ਸਾਹਿਬ ਨੂੰ। ਸੈਸ਼ਨ ਬਿਲਕੁਲ ਗਗਨ ਜੀ, ਇਸ ਗੱਲ ਤੋਂ ਮੈਂ ਸਹਿਮਤ ਹਾਂ। ਮੇਰੀ ਗੱਲ ਸਰਕਾਰ ਮੈਂਬਰਾਂ ਦਾ ਹੱਕ ਨਾ ਮਾਰੇ, ਚੀਮਾ ਸਾਹਿਬ ਨੂੰ ਕੰਪਲੀਟ ਉਹਨਾਂ ਨੂੰ ਕੁਐਸਚਨ ਤਾਂ ਲੈ ਲਓ, ਉਹਨਾਂ ਨੂੰ ਕੁਐਸਚਨਾਂ ਚੋਂ ਸਮਾਂ ਤਾਂ ਦਿਓ। 15 ਦਿਨ ਦਾ ਸੈਸ਼ਨ ਹੈ,
15 ਦਿਨ ਘੱਟੋ ਘੱਟ ਚਾਹੀਦੇ ਹੁੰਦੇ ਕੁਐਸਚਨ ਵਾਸਤੇ। ਉਹ ਆਪਣੇ ਕੁਐਸਚਨ ਤਿਆਰ ਕਰਨਗੇ, ਉਹਨਾਂ ਦੇ ਜਵਾਬ ਆਉਣੇ ਆ। ਸੈਸ਼ਨ ਕਿਸ ਵਾਸਤੇ ਕਰਨਾ ਜੇ ਆਪਾਂ ਕਿਸੇ ਨੂੰ ਜਵਾਬ ਹੀ ਨਹੀਂ ਦੇਣਾ? ਕੁਐਸਚਨ ਆ ਸਸਪੈਂਡ ਕੀਤਾ ਜਾਂਦਾ, ਦੂਜਾ ਕੀਤਾ ਜਾਂਦਾ, ਮੁੱਦਾ ਬਹੁਤ ਵੱਡਾ ਹੁੰਦਾ। ਉਦੋਂ ਕੋਈ ਵੱਡੀ ਮੁਸੀਬਤ ਹੁੰਦੀ ਹੈ ਸਟੇਟ ਨੂੰ, ਬਿਲਕੁਲ ਸਾਰੇ ਸਹਿਮਤ ਹੁੰਦੇ ਆ ਕਿ ਤੁਸੀਂ 92 ਬੰਦੇ ਦੀ ਸ਼ਕਲ ਦਿਖਾਣੀ ਹੈ, ਗਵਰਨਰ ਨੂੰ ਜਾ ਕੇ ਦਿਖਾਇਆ, ਉਹ ਗੱਲ ਮੁੱਕੀ। ਕਿਉਂ ਪੰਜਾਬ ਦਾ ਕਰੋੜਾਂ ਰੁਪਇਆ ਬਰਬਾਦ ਕਰਦੇ ਹੋ? ਗਗਨ ਜੀ ਮੈਨੂੰ ਦੋਨਾਂ ਬੰਦੇ ਦੀ ਭੈਣ ਜੀ ਦੀ ਸ਼ਕਲ ਦਿਖਾਣੀ ਹੈ, ਜਾ ਕੇ ਦਿਖਾਇਆ, ਗਵਰਨਰ ਨੂੰ ਦਿਖਾਇਆ। ਗਗਨ ਜੀ ਜੀ ਮਾਨੂਕੇ ਜੀ ਬੋਲੋ। ਮੈਨੂੰ ਚੀਮਾ ਸਾਹਿਬ ਦਾ ਦਰਦ ਸਮਝ ਆ ਰਿਹਾ, ਕਿਉਂਕਿ ਇਹਨਾਂ ਦੇ ਟਾਈਮ ਇਹ ਸਾਰੇ ਪਾਣੀਆਂ ਦਾ ਮੁੱਦਾ, ਖੁਦਕੁਸ਼ੀਆਂ ਦਾ ਮੁੱਦਾ, ਆ ਸਾਰੇ ਮੁੱਦੇ ਪੈਂਡਿੰਗ ਰਹਿ ਗਏ। ਸਪੈਸ਼ਲ ਸੈਸ਼ਨ ਦੇ ਵਿੱਚ ਡਿਸਕਸ਼ਨ ਕਰ ਹੀ ਨਹੀਂ ਸਕੇ। ਚਲੋ ਸਾਨੂੰ ਲੋਕਾਂ ਨੇ ਡਿਊਟੀ ਲਾਈ ਹੈ, ਅਸੀਂ ਜ਼ਰੂਰ ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ। ਪਰ ਜਿਹੜੀ BSc ਦੀ ਗੱਲ ਕਰ ਰਹੇ ਹਾਂ, BSc ਦਾ ਏਜੰਡਾ BSc ਡਿਸਕਸ ਕਰਦੀ ਹੈ, ਇਹਨਾਂ ਦੇ ਲੀਡਰ ਆਫ ਆਪੋਜੀਸ਼ਨ ਵਿੱਚ ਬੈਠਦੇ ਆ, ਇਹਨਾਂ ਦੇ ਮੈਂਬਰ ਵਿੱਚ ਬੈਠਦੇ ਆ। ਇਹ ਆਪਣੇ ਮੈਂਬਰ ਨਾਲ ਜਦੋਂ ਡਿਸਕਸ਼ਨ ਹੋ ਜਾਂਦੀ ਹੈ, ਉਸ ਤੋਂ ਬਾਅਦ BSc ਲਿਸਟ ਆਫ ਬਿਜ਼ਨਸ ਆ ਜਾਂਦਾ। ਫਿਰ ਇੱਕ ਸਾਡੇ ਪਾਰਟੀ ਦਾ ਬੁਲਾਰਾ ਪ੍ਰੈਸ ਕਾਨਫਰੰਸ ਕਰਕੇ ਇਨਫੋਰਮ ਕਰਦੇ ਆ, ਨਾ ਕਿ ਸਪੀਕਰ ਸਾਹਿਬ ਦੀ ਪਰਮਿਸ਼ਨ ਹੋਈ ਨਹੀਂ, BSc ਦੀ ਡਿਸਕਸ਼ਨ ਹੋਈ ਨਹੀਂ, ਅਸੀਂ ਪ੍ਰੈਸ ਕਾਨਫਰੰਸ ਕਰਨ ਲੱਗ ਜੀਏ। ਇਹਨਾਂ ਨੇ ਕਹਿਣਾ ਦੇਖੋ ਜੀ ਆਹ ਤਾਂ ਗੱਲ ਹੋਈ ਨਹੀਂ। ਇਹਨਾਂ ਦੋਨਾਂ ਮੇਰੇ ਸਾਥੀਆਂ ਨੂੰ ਪਤਾ, ਜੈਣੀ ਸਾਹਿਬ ਨੂੰ ਵੀ ਪਤਾ, ਚੀਮਾ ਸਾਹਿਬ ਨੂੰ ਵੀ ਪਤਾ ਕਿ ਜਦੋਂ ਸਪੀਕਰ ਸਾਹਿਬ ਲਿਸਟ ਆਫ ਬਿਜ਼ਨਸ BSc ਦੀ ਬਾਹਰ ਕੱਢਣਗੇ, ਉਸ ਤੋਂ ਬਾਅਦ ਸਾਡੀ ਪਾਰਟੀ ਦਾ ਬੁਲਾਰਾ ਵੀ ਬੋਲੇਗਾ। ਪਰ ਚੱਕਰ ਇਹ ਹੈ, ਸਮੱਸਿਆ ਇਹ ਹੈ ਕਿ ਜੇ ਬਾਰ-ਬਾਰ ਲੰਬੇ ਸੈਸ਼ਨ ਚੱਲਣਗੇ ਤਾਂ ਨਾਲ ਲੋਕਾਂ ਦੇ ਵਿੱਚ ਇਹ ਵੀ ਆਊਗਾ ਬਈ ਆ ਜੇ ਭਗਵੰਤ ਮਾਨ ਵਿਜੀਲੈਂਸ ਦੇ ਅਟੈਕ ਕਰ ਸਕਦਾ, ਪਹਿਲੀਆਂ ਨੇ ਕਿਉਂ ਨਹੀਂ ਕੀਤੇ? ਜੇ ਭਗਵੰਤ ਮਾਨ ਸਰਕਾਰ ਦੀਆਂ ਸਟਾਰਟਿੰਗ ਤੋਂ ਨੌਕਰੀਆਂ ਦੇ ਸਕਦਾ, ਇਹਨਾਂ ਨੇ ਕਿਉਂ ਨਹੀਂ ਕੀਤੇ? ਜੇ ਭਗਵੰਤ ਮਾਨ ਪਾਣੀਆਂ ਦੇ ਹੱਲ ਲਈ ਤੁਰ ਸਕਦਾ ਤਾਂ ਇਹਨਾਂ ਨੇ ਕਿਉਂ ਨਹੀਂ ਕੱਢਣ ਦੀ ਕੋਸ਼ਿਸ਼ ਕੀਤੀ? ਇਸ ਚੀਜ਼ ਦਾ ਵੀ ਆਏਗਾ। ਇਸ ਕਰਕੇ ਮੇਰੇ ਸਾਥੀਆਂ ਨੂੰ ਇੱਕੋ ਹੀ ਬੇਨਤੀ ਹੈ ਕਿ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਪੰਜਾਬ ਦੇ ਹਿੱਤਾਂ ਲਈ, ਪੰਜਾਬ ਦੇ ਲੋਕਾਂ ਲਈ ਕੰਮ ਕਰਨ ਦਿਓ। ਜਿਹੜੇ ਅਕਾਲੀ ਦਲ ਦੇ ਉੱਤੇ 2-3 MLA ਬੈਠਦੇ ਆ, ਉਹਨਾਂ ਨੂੰ ਸਟਰੋਂਗ ਕਰਕੇ ਤੋਰੋ ਤਾਂ ਕਿ ਉਹ ਪੰਜਾਬ ਦੀ ਗੱਲ ਕਰਨ। ਜਿਹੜੇ BJP ਦੇ ਆ ਉਹਨਾਂ ਨੂੰ ਕਹੋ, BJP ਵਾਲੇ ਉਹ ਵੀ ਬਾਈਕਾਟ ਨਾ ਕਰੋ, ਫੇਸ ਕਰੋ। ਪੰਜਾਬ ਦੇ ਲੋਕਾਂ ਦੀ ਗੱਲ ਹੋਏਗੀ। ਜਿਹੜੇ ਕਾਂਗਰਸ ਵਾਲੇ ਵੀ ਸੁਣਦੇ ਆ ਉਹ ਵੀ ਕਹਿਣ ਭਾਵੇਂ ਘੰਟੇ ਦਾ ਬੁਲਾਓ, 2 ਘੰਟੇ ਦਾ ਬੁਲਾਓ, 4 ਘੰਟੇ ਦਾ ਬੁਲਾਓ। ਮਾਣੂਕੇ ਜੀ ਜਾਣੀ ਸਾਹਿਬ ਕਹਿ ਰਹੇ ਨੇ, ਜਾਣੀ ਸਾਹਿਬ ਕਹਿ ਰਹੇ ਨੇ ਕਿ ਜੇਕਰ 92 MLA ਦੀ ਸ਼ਕਲ ਹੀ ਦਿਖਾਣੀ ਹੈ ਤਾਂ ਸਿੱਧਾ ਗਵਰਨਰ ਨੂੰ ਜਾ ਕੇ ਦਿਖਾ ਸਕਦੇ ਹੋ। ਉਸ ਦੇ ਲਈ ਸੈਸ਼ਨ ਦਾ ਇੰਨਾ ਖਰਚਾ ਕਰਨ ਦੀ ਲੋੜ ਕਿਉਂ? ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਕਲ ਦਿਖਾਉਣ ਦਾ ਨਾ ਡਰ ਆ ਤੇ ਨਾ ਚਾਹ ਆ। ਜਾਣੀ ਸਾਹਿਬ ਨੂੰ ਕਹੋ, ਅਸੀਂ ਮੇਰੀ ਗੱਲ ਸੁਣੋ, ਇਹ ਕਾਂਗਰਸ ਵਾਲਿਆਂ ਨੂੰ ਕਹੋ ਤੁਹਾਨੂੰ ਤਾਂ ਗੋਆ ਦੇ ਵਿੱਚ ਲੋੜ ਵੀ ਨਹੀਂ ਸੀ, ਤੁਸੀਂ ਤਾਂ ਵੀ ਰਲ ਗਏ। ਕਰਨਾਟਕ, ਮੱਧ ਪ੍ਰਦੇਸ਼ ਤੁਸੀਂ ਦਿਖਾਤਾ। ਪੰਜਾਬ ਦੀ ਧਰਤੀ ਇੱਕ ਐਸੀ ਜੰਗੇਜ ਧਰਤੀ ਹੈ, ਯੋਧਿਆਂ ਦੀ ਧਰਤੀ ਹੈ। ਇੱਥੇ ਖਰੀਦੋ ਫਰੋਖਤ ਨਹੀਂ ਚੱਲਦੀ, ਇੱਥੇ ਮੰਡੀਆਂ ਨਹੀਂ ਚੱਲਣੀਆਂ। ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ। ਇਹ ਚਾਹ ਤਾਂ ਪਾਸ ਲੈ ਕੇ ਅੰਦਰ ਬੈਠਣ। ਬਰਿੰਦਰ ਢਿੱਲੋਂ ਵੀ ਸਾਡੇ ਨਾਲ ਜੁੜ ਰਹੇ ਨੇ, ਮੈਂ ਜੋੜ ਲੈਣਾ। ਠੀਕ, ਬਰਿੰਦਰ ਢਿੱਲੋਂ ਵੀ ਸਾਡੇ ਨਾਲ ਜੁੜ ਰਹੇ ਨੇ, ਪ੍ਰਧਾਨ ਨੇ ਪੰਜਾਬ ਯੂਥ ਕਾਂਗਰਸ ਦੇ। ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ। ਇੱਕ ਮਿੰਟ, ਜਾਨੀ ਸਾਹਿਬ ਆ ਰਹੇ, ਜਾਨੀ ਸਾਹਿਬ 1 ਮਿੰਟ ਆ ਰਹੇ। ਢਿੱਲੋਂ ਸਾਹਿਬ ਵੀ ਜੁੜ ਰਹੇ ਨੇ, ਕਾਂਗਰਸ ਦੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ। ਢਿੱਲੋਂ ਸਾਹਿਬ ਸਾਡੇ ਨਾਲ ਸੁਰਜੀਤ ਜਾਨੀ ਸਾਹਿਬ ਨੇ, ਦਲਜੀਤ ਚੀਮਾ ਸਾਹਿਬ ਨੇ ਤੇ ਸਰਬਜੀਤ ਕੌਰ ਮਾਣੂਕੇ ਜੀ ਨੇ। ਚਰਚਾ ਇਸ ਗੱਲ ਨੂੰ ਲੈ ਕੇ ਹੈ ਕਿ ਗਵਰਨਰ ਦੇ ਵੱਲੋਂ ਜਿਹੜਾ ਬਿਜ਼ਨਸ ਮੰਗਿਆ ਗਿਆ, ਬਿਜ਼ਨਸ ਡਿਟੇਲ ਮੰਗੀ ਗਈ ਹੈ, ਉਸ ਨੂੰ ਲੈ ਕੇ ਸਰਕਾਰ ਜਿਹੜਾ ਪੱਖ ਰੱਖ ਰਹੀ ਹੈ, ਉਸ ਤੇ ਵੀ ਸਵਾਲ ਖੜੇ ਹੋ ਰਹੇ ਨੇ। ਜਾਨੀ ਸਾਹਿਬ ਦਾ ਕਹਿਣਾ ਹੈ, ਚੀਮਾ ਸਾਹਿਬ ਦਾ ਕਹਿਣਾ ਕਿ ਇਹ ਰੂਟੀਨ ਜਿਹੜਾ ਹੈਗਾ ਪ੍ਰੋਸੈਸ ਰਿਹਾ ਹੈ, ਪਹਿਲਾਂ ਵੀ ਹੁੰਦਾ ਰਿਹਾ, ਇਸ ਦੇ ਵਿੱਚ ਕੁਝ ਵੀ ਨਵਾਂ ਨਹੀਂ ਹੈ। ਢਿੱਲੋਂ ਸਾਹਿਬ, ਉਹ ਗੱਲ ਹੋਈ ਕਹਾਵਤ ਆ ਵੀ ਸੱਪ ਨੂੰ ਸੱਪ ਲੜਿਆ, ਜ਼ਹਿਰ ਕਿਹਨੂੰ ਚੜਿਆ। ਇਸ ਸਮੇਂ ਤਾਂ ਦੋਵੇਂ ਆਪਣਾ ਹੀ ਕਹਿੰਦੇ ਇਹ ਕਹਿ ਸਕਦੇ ਹੋ ਵੀ ਦੋਵੇਂ ਹੀ ਖਤਰਨਾਕ ਆ। ਇਹ ਆਮ ਆਦਮੀ ਵਾਲੇ ਡਰਾਮਾ ਕਰਦੇ ਆ ਤੇ ਉਧਰੋਂ ਆਪਣਾ BJP ਵਾਲੇ ਗਵਰਨਰ ਸਾਹਿਬ ਰਾਹੀਂ ਹੋਰ ਵੱਡਾ ਡਰਾਮਾ ਕਰਾ ਦਿੰਦੇ ਆ। ਇਹ ਪੰਜਾਬ ਦੇ ਲੋਕਾਂ ਦਾ ਇਹਦੇ ਵਿੱਚ ਨਾ ਕੋਈ ਫਾਇਦਾ ਹੋ ਰਿਹਾ। ਪਹਿਲੀ ਗੱਲ ਤਾਂ ਇਹਨਾਂ ਨੇ ਸੈਸ਼ਨ ਆਪਣੀ ਇੱਕ ਡਰਾਮਾ ਰਚਨ ਨੂੰ ਪਹਿਲੋਂ ਬੁਲਾਇਆ। ਉਹ ਜਦੋਂ ਇਹਨਾਂ ਦੇ ਚਿੱਠੜੇ ਉੜ ਗਏ, ਜਦੋਂ ਗਵਰਨਰ ਨੇ ਸੈਸ਼ਨ ਕੈਂਸਲ ਕਰਤਾ ਤੇ ਇਹਨਾਂ ਨੇ ਉਹਨੂੰ ਬਿਜ਼ਨਸ ਦਾ ਨਾਮ ਦੇ ਕੇ ਸੈਸ਼ਨ ਬੁਲਾਉਣ ਦੀ ਕੋਸ਼ਿਸ਼ ਕੀਤੀ, ਜਦਕਿ ਸੈਸ਼ਨ ਇੱਕਦਮ 2 ਦਿਨਾਂ 'ਚ ਨਹੀਂ ਬੁਲਾਏ ਜਾਂਦੇ ਹੁੰਦੇ ਜਦੋਂ ਕੋਈ ਤੁਸੀਂ ਡਿਸਾਈਡ ਨਾ ਕੀਤਾ ਹੋਵੇ। ਇਹਨਾਂ ਕੋਲ ਏਜੰਡਾ ਕੋਈ ਨਹੀਂ ਹੈਗਾ ਪੰਜਾਬ ਵਾਸਤੇ। ਇਹ ਸਿਰਫ ਜਿਹੜਾ ਅੱਜ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਧਿਆਨ ਭਟਕਾਉਣ ਨੂੰ, ਆਹ ਸਾਰੀਆਂ ਚੀਜ਼ਾਂ ਸਾਨੂੰ ਸਾਰਿਆਂ ਨੂੰ ਇਸ ਕੰਮਾਂ ਦੇ ਵਿੱਚ ਉਲਝਾ ਲਿਆ, ਜਦਕਿ ਨਾ ਤਾਂ ਆਪਣੇ ਵਾਅਦੇ ਪੂਰੇ ਕਰ ਰਹੇ ਆ। ਬਰਗਾੜੀ ਜਿਹੜਾ ਕਹਿੰਦੇ ਸੀ ਅਸੀਂ ਆਪਣਾ 24 ਘੰਟਿਆਂ ਸੋਲਵ ਕਰ ਦਾਂਗੇ, 1000 ਰੁਪਏ ਦੀ ਗੱਲ ਕਰਦੇ ਸੀ ਕਿ ਕਿਸਾਨ ਆਤਮ ਹੱਤਿਆ ਦੀ ਗੱਲ ਕਰਦੇ ਸੀ ਵੀ 1 ਅਪ੍ਰੈਲ ਤੋਂ ਕੋਈ ਕਿਸਾਨ ਆਤਮ ਹੱਤਿਆ ਨਹੀਂ ਕਰੂਗਾ। ਤਾਂ ਇਹ ਸਾਰੇ ਮੁੱਦਿਆਂ ਨੂੰ ਛੱਡ ਕੇ ਆਹ ਗੱਲਾਂ ਚ ਉਲਝਾ ਲਿਆ ਸਾਨੂੰ।
ਔਰ ਉਹੀ ਗੱਲ ਆ ਵੀ ਦੋਵੇਂ ਜ਼ਹਿਰੀਲੇ ਆ, ਦੋਵੇਂ ਹੀ ਖਤਰਨਾਕ ਆ। ਉਹ ਸਰਕਾਰਾਂ ਤੋੜਨ ਚ ਮਾਹਰ ਆ, ਇਹ ਆਪਣਾ ਕੀ ਕਹਿੰਦੇ ਝੂਠ ਬੋਲਣ ਚ ਮਾਹਰ ਆ। ਸੋ ਇਹ ਤਾਂ ਲੋਕਾਂ ਦੇ ਅੱਗੇ ਜਿਹੜਾ ਤਮਾਸ਼ਾ ਚੱਲ ਰਿਹਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਦੇਖਣ ਨੂੰ ਆ। ਲੋਕ ਵੋਟਾਂ ਬਹੁਤ ਦੂਰ ਪਈਆਂ, ਲੇਕਿਨ ਇਹਨਾਂ ਦਾ ਤਮਾਸ਼ਾ ਪੂਰਾ ਜਾਰੀ ਆ। ਲੋਕ ਸਮੇਂ ਆਉਣ ਦੇ ਉੱਤੇ ਇਹਨਾਂ ਨੂੰ ਜਵਾਬ ਜ਼ਰੂਰ ਦੇਣ। ਗਗਨ ਜੀ ਗਗਨ ਜੀ, ਮੈਂ ਬਾਕੀ ਢਿੱਲੋਂ ਸਾਹਿਬ ਦਾ ਦਰਦ ਸਮਝ ਸਕਦੀ ਹਾਂ। ਇਹ 4 ਸਾਲ ਉਸ ਲਾਈਨ ਦੇ ਪਿੱਛੇ ਤੁਰਦੇ ਰਹੇ ਜਿਹਨੂੰ ਇਹ ਨੰਦ ਰਹੇ ਅੱਜ। ਇਹ ਕਹਿੰਦੇ ਹੁੰਦੇ ਸੀ ਸਾਡਾ ਕੈਪਟਨ ਘਰ ਘਰ ਕੈਪਟਨ। ਗੁਟਕਾ ਸਾਹਿਬ ਦੀ ਸਹੁੰ ਖਾਦੀ, ਸਾਡੇ ਕੈਪਟਨ ਨੇ। ਸਾਡੀ ਕਾਂਗਰਸ ਸਟਰੋਂਗ ਹੈ। ਹੁਣ ਮੇਰੀ ਗੱਲ ਇੱਕ ਸੁਣੋ, ਮੇਰੀ ਗੱਲ ਸੁਣੋ ਇੱਕ ਮਿੰਟ। ਢਿੱਲੋਂ ਸਾਹਿਬ ਰਾਜਮਾ ਰੱਖੋ ਸੁਣਨ ਦਾ। ਮੈਂ ਨਹੀਂ ਬੋਲੀ ਤੁਹਾਡੀ ਗੱਲ 'ਚ, ਹੁਣ ਮੈਂ ਬੋਲ ਰਹੀ ਹਾਂ, ਤੁਸੀਂ ਸੁਣੋ। ਇਹ ਕਹਿੰਦੇ ਰਹੇ ਬਈ ਪੰਜਾਬ ਦੇ ਲੋਕਾਂ ਦਾ ਰਾਖਾ ਕੈਪਟਨ, ਪੰਜਾਬ ਦੇ ਹਿੱਤਾਂ ਦਾ ਪਤਾ ਹੋਵੇ ਲੱਗਿਆ। ਹੁਣ ਪਤਾ ਹੋਵੇ ਲੱਗਿਆ ਢਿੱਲੋਂ ਸਾਹਿਬ ਅੱਜ ਦੀ ਗੱਲ ਕਰ ਗਿਆ ਬਈ ਚਾਚਾ ਜੀ ਉਹ ਲੰਬੀ ਲਾਈਨ 'ਚ ਜਾ ਕੇ ਦਿੱਲੀ ਬੈਠੇ ਆ। ਉਹ 4-5 ਜਿਹੜੇ ਨਾਲ ਲੈ ਕੇ ਗਏ ਸੀ ਉਹਨਾਂ ਨੂੰ ਕਹਿੰਦੇ ਅਸੀਂ ਨਹੀਂ ਜੁਆਇਨ ਕਰ ਸਕਦੇ, ਇਹਨਾਂ ਨੂੰ ਵੀ ਮੋੜ ਕੇ ਲੈ ਜਾਓ। ਦੂਜੀ ਗੱਲ, ਇੱਕ ਗੱਲ ਦਾ ਢਿੱਲੋਂ ਸਾਹਿਬ ਜਵਾਬ ਦਿਓ। ਤੁਹਾਡੇ ਦੂਜੀਆਂ ਰਾਜਾਂ ਦੇ ਵਿੱਚ MLA ਧੜ ਇੱਧਰ ਉੱਧਰ BJP 'ਚ ਜਾ ਰਹੇ ਆ, ਲਿਟਰਲੀ ਰੇਟ ਲੱਗੇ ਹੋਏ, ਆਪ ਬੋਲਦੇ ਆ ਇੰਨਾ। ਉਹਦੇ ਲਈ ਤੁਸੀਂ ਕੀ ਜਵਾਬ ਦਓਗੇ? ਸਭ ਤੋਂ ਵੱਡੀ ਗੱਲ, 4.5 ਸਾਲ ਤਾਂ ਤੁਸੀਂ ਉਸ ਰਾਜੇ ਦੇ ਪਿੱਛੇ ਰਹਿ ਕੇ ਜਿਹੜਾ ਮਾਣੂਕੇ ਜੀ ਸਵਾਲ ਇਹੀ ਸਵਾਲ ਆਮ ਆਦਮੀ ਪਾਰਟੀ ਲਈ ਵੀ ਉੱਠ ਰਿਹਾ ਹੈ। ਮਾਣੂਕੇ ਜੀ ਸਵਾਲ ਇਹੀ ਆਮ ਆਦਮੀ ਪਾਰਟੀ ਲਈ ਵੀ ਉੱਠ ਰਿਹਾ ਹੈ। ਤੁਸੀਂ ਕਹਿੰਦੇ ਸੀ ਆਪਰੇਸ਼ਨ ਲੋਟਸ ਜਿਹੜਾ ਸੀਗਾ ਉਹ ਉਸਨੂੰ ਨਾਕਾਮ ਕਰ ਦਿੱਤਾ, ਔਰ ਆਪਰੇਸ਼ਨ ਲੋਟਸ ਤੇ ਜੇਕਰ ਤੁਸੀਂ ਡਿਸਕਸ਼ਨ ਨਹੀਂ ਕਰਨੀ, ਜੇਕਰ ਉਹ ਸਬਜੈਕਟ ਨਹੀਂ ਹੈਗਾ ਇਸ ਵਾਰ ਸੈਸ਼ਨ ਦਾ, ਤਾਂ ਫਿਰ ਸੈਸ਼ਨ ਦਾ ਬਿਜ਼ਨਸ ਫਿਰ ਗਵਰਨਰ ਨੂੰ ਭੇਜਣ ਦੇ ਵਿੱਚ ਦਿੱਕਤ ਕੀ ਹੈ? ਸਵਾਲ ਇਹ ਇੱਕ ਗੱਲ ਦਾ ਮੈਨੂੰ ਜਵਾਬ ਦਿਓ। ਇਹ ਵੀ ਯਾਦ ਇਹਨਾਂ ਨੂੰ ਇਹ ਵੀ ਯਾਦ ਕਰਾ ਦਿਓ, ਪਿਛਲੀ ਵਾਰ ਇਹਨਾਂ ਦੇ 10 ਵੀ ਭੱਜ ਗਏ ਸੀਗੇ। ਜਦੋਂ 20 ਸੀਗੇ ਨਾ, ਉਹਦੇ ਵਿੱਚੋਂ 10 ਹੀ ਰਹਿ ਗਏ ਸੀ। ਤੁਸੀਂ ਇਹ ਗੱਲ ਕਰਨ ਵਾਲੀ ਹੈ। ਇਹ ਗੱਲ ਹੈ ਮਾਣੂਕੂ ਭੈਣ ਜੀ ਨੂੰ ਕਹੋ। ਉਹ ਭੈਣ ਜੀ ਦਾ ਮੈਨੂੰ ਤਾਂ ਬੜਾ ਦੁੱਖ ਹੈ। ਭੈਣ ਜੀ ਨੂੰ ਮੰਤਰੀ ਬਣਨਾ ਸੀ, ਕਿਉਂ ਨਹੀਂ ਬਣਾਇਆ? ਭੈਣ ਜੀ ਮੰਤਰੀਆਂ ਤੋਂ ਉੱਚੀ ਹੈ ਭੈਣ ਜੀ ਦੀ ਅੱਜ ਪਾਰਟੀ ਦੇ ਵਿੱਚ। ਮੈਨੂੰ ਤਾਂ ਅਗਰ ਮੇਰੀ ਭੈਣ ਦਾ ਹੱਕ ਬਣਦਾ ਸੀ ਤੇ ਇਹਨਾਂ ਨੇ ਦਿੱਤਾ ਨਹੀਂ, ਤੇ ਭੈਣ ਇੰਨੀ ਵਕਾਲਤ ਕਰਦੀ ਹੈ, ਮੈਂ ਤਾਂ ਸਮਝ ਨਹੀਂ ਆਈ ਵੀ ਆ ਕਰੀ ਕੀ ਜਾਂਦੇ ਨੇ। ਗੱਲ ਸੁਣੋ ਜਾਨੀ ਸਾਹਿਬ, ਸੁਣੋ ਮੇਰੀ ਗੱਲ। ਦੀਦੀ ਉਹ ਭੈਣ ਜੀ ਤੁਹਾਨੂੰ ਅਸੀਂ ਤਾਂ ਸਾਨੂੰ ਬੜਾ ਦੁੱਖ ਹੋਇਆ ਇੱਕ ਚੀਜ਼ ਦਾ ਹੋਇਆ ਵੀ ਮੇਰੀ ਭੈਣ ਨੂੰ ਮੰਤਰੀ ਕਿਉਂ ਨਹੀਂ ਬਣਾਇਆ। ਭਾਈ ਮੇਰੀ ਇੱਕ ਮਿੰਟ ਜਾਨੀ ਸਾਹਿਬ, ਮੇਰੀ ਗੱਲ ਸੁਣੋ। ਦੁੱਖ ਤੁਹਾਨੂੰ ਵੀ ਜਦੋਂ ਸਮੇਂ ਰਲੇ ਦੁੱਖ ਤੁਹਾਨੂੰ ਵੀ ਬਹੁਤ ਹੋਇਆ ਸੀਗਾ। ਜਾਨੀ ਸਾਹਿਬ ਜਦੋਂ ਡਾਕਟਰ ਸਾਹਿਬ ਰਲੇ ਸੀ ਦੁੱਖ ਤੁਹਾਨੂੰ ਵੀ ਬਹੁਤ ਹੋਇਆ ਸੀਗਾ। ਸਾਨੂੰ ਕੋਈ ਦੁੱਖ ਨਹੀਂ ਹੋਇਆ। ਨਹੀਂ ਜਾਨੀ ਸਾਹਿਬ ਜਦੋਂ ਬਲਬੀਰ ਸਿੱਧੂ ਰਲਿਆ ਸੀ ਦੁੱਖ ਤੁਹਾਨੂੰ ਵੀ ਬਹੁਤ ਹੋਇਆ ਸੀਗਾ ਸਾਰਿਆਂ ਨੂੰ। ਸਾਨੂੰ ਕੋਈ ਦੁੱਖ ਨਹੀਂ ਹੈ, ਸਾਡਾ ਤਾਂ ਕੁੜਮਾ ਵਧਿਆ ਹੀ ਹੈ। ਜਿੱਥੇ ਕੁੜਮਾ ਵੱਧਦਾ ਉੱਥੇ ਦੁੱਖ ਨਹੀਂ ਹੁੰਦਾ, ਸੁੱਖ ਹੁੰਦਾ। ਜਿੱਥੇ ਕੁੜਮਾ ਘਟਦਾ ਹੈ ਨਾ, ਕਾਂਗਰਸ ਨੂੰ ਦੁੱਖ ਹੋਇਆ। ਤੁਹਾਡਾ ਕੁੜਮਾ ਘਟ ਗਿਆ ਸਾਰਾ ਕੁਝ। ਤੁਹਾਡਾ ਹੋਰ ਲੈ ਜਾਓ। ਚਲੋ ਬਹੁਤ ਬਹੁਤ ਸ਼ੁਕਰੀਆ ਜਾਨੀ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵਰਿੰਦਰ ਢਿੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਦਲਜੀਤ ਚੀਮਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਰਬਜੀਤ ਕੌਰ ਮਾਣੂਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਚਰਚਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਚਾਰੇ ਆਗੂ ਚਾਰੇ ਧਿਰਾਂ ਦੇ, ਔਰ ਸਾਰਿਆਂ ਦਾ ਆਪੋ ਆਪਣਾ ਤਰਕ ਹੈਗਾ। ਤਰਕ ਇਹ ਹੈਗਾ ਆਮ ਆਦਮੀ ਪਾਰਟੀ ਦਾ ਕਿ ਇਸ ਤਰੀਕੇ ਬਿਜ਼ਨਸ ਜਿਹੜਾ ਹੈਗਾ ਉਹ ਭੇਜਣਾ ਗਵਰਨਰ ਦਾ ਜਿਹੜਾ ਅਧਿਕਾਰ ਖੇਤਰ ਹੈ ਜਾਂ ਗਵਰਨਰ ਦੇ ਜਿਹੜੇ ਅਧਿਕਾਰ ਨੇ ਉਸ ਦੀ ਦੁਰਵਰਤੋਂ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ। ਸਰਕਾਰ ਦਾ ਕੰਮਕਾਜ ਜਿਹੜਾ ਹੈਗਾ ਉਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਬੀਜੇਪੀ ਕਹਿ ਰਹੀ ਹੈ ਕਿ ਇਸ ਦੇ ਵਿੱਚ ਕੁਝ ਵੀ ਨਵਾਂ ਨਹੀਂ ਹੈ, ਪਹਿਲਾਂ ਵੀ ਅਜਿਹਾ ਹੁੰਦਾ ਹੈ। ਜਦਕਿ ਅਕਾਲੀ ਦਲ ਤੇ ਕਾਂਗਰਸ ਦਾ ਸਿੱਧੇ ਤੌਰ ਤੇ ਸਵਾਲ ਹੈ ਕਿ ਜੇਕਰ ਪੰਜਾਬ ਦੇ ਮਸਲਿਆਂ ਦੀ ਗੱਲ ਕਰਨੀ ਹੈ ਤਾਂ ਫਿਰ ਡਿਟੇਲਡ ਸੈਸ਼ਨ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਹੈ। ਸੈਸ਼ਨ ਜੇਕਰ ਸੱਦਿਆ ਜਾਣਾ ਹੈ ਤਾਂ ਉਹ ਡਿਟੇਲਡ ਸੱਦਿਆ ਜਾਵੇ, ਵੱਡਾ ਸੈਸ਼ਨ ਸੱਦਿਆ ਜਾਵੇ। ਇੱਕਾ ਦਿਨ ਦਾ ਸਪੈਸ਼ਲ ਸੈਸ਼ਨ ਨਹੀਂ, ਔਰ ਸਪੈਸ਼ਲ ਸੈਸ਼ਨ ਦੇ ਵਿੱਚ ਜੇਕਰ ਚਰਚਾ ਕਰਾਈ ਜਾਣੀ ਹੈ ਤਾਂ ਫਿਰ ਡਿਟੇਲਡ ਚਰਚਾ ਜਿਹੜੀ ਹੈਗੀ ਉਹ ਕਰਾਈ ਜਾਣੀ ਚਾਹੀਦੀ ਹੈ। ਸੋ ਇਹ ਸਾਰਾ ਸਿਨੈਰੀਓ ਇਸ ਵੇਲੇ ਜਿਹੜਾ ਬਣਦਾ ਆ ਰਿਹਾ ਹੈ, ਗਵਰਨਰ ਵਰਸਸ ਸਰਕਾਰ, ਰਾਜਪਾਲ ਵਰਸਸ ਸਰਕਾਰ ਜਿਹੜਾ ਸਿਨੈਰੀਓ ਬਣ ਰਿਹਾ ਇਸ ਵੇਲੇ, ਉਸ ਦੇ ਵਿੱਚ ਇਹ ਸਾਰੀ ਤਸਵੀਰ ਪੰਜਾਬ ਦੇ ਸਾਹਮਣੇ ਆ ਰਹੀ ਹੈ। ਪਰ ਸਵਾਲ ਇੱਥੇ ਸਭ ਤੋਂ ਵੱਡਾ ਇਹ ਹੈ ਕਿ ਇਸ ਸਾਰੀ ਬਹਿਸ ਦੇ ਬਾਅਦ ਪੰਜਾਬ ਨੂੰ ਕੀ ਮਿਲੇਗਾ, ਪੰਜਾਬ ਨੂੰ ਕੀ ਹਾਸਿਲ ਹੋਏਗਾ, ਪੰਜਾਬੀਆਂ ਨੂੰ ਕੀ ਹਾਸਿਲ ਹੋਏਗਾ, ਪੰਜਾਬੀਆਂ ਦੇ ਮਸਲੇ ਜਿਹੜੇ ਨੇ ਉਹ ਕਿੰਨੇ ਹੱਲ ਹੋਣਗੇ। ਸਵਾਲ ਇਸ ਗੱਲ ਨੂੰ ਲੈ ਕੇ